ਵਾਹਿਗੁਰੂ ਜੀ। ਮਨ ਵਿਸਾਸ ਪਾਇਓ, ਗੈਰ ਗੋਹਦਰਥ ਦਿਓ। ਗਰਲ ਨਾਸ ਤਨ ਨਠਿਓ, ਅੰਮਿਓ ਅੰਤਰਗਤ ਪੀਓ। ਰਿੱਧ ਬਗਾਸ ਜਾਗਿਓ, ਲੱਖ ਕਲ ਧਰੀ ਜੁਗੰਤਰ। ਸਤਿਗੁਰ ਸਹਿਜ ਸਮਾਧ, ਰਹਿਓ ਸੁਮਾਨ ਨਿਰੰਤਰ। ਉਧਾਰੋ ਚਿੱਤ ਦਾਰਦ ਹਰਨੁ, ਪਖੰਤੇ ਕਲ ਮਲ ਤਰਸਨ। ਸਦਰੰਗ ਸਹਿਜ ਉਚਰੇ, ਜਹ ਜੰਪੋ ਲੈਣੇ ਰਸਣ। ਹਰ ਰਸ ਪੀਵਤ ਸਦ ਹੀ ਰਾਤਾ, ਆਨ ਰਸਾ ਖਿਨ ਮੇਂ ਲੈ ਜਾਤਾ। ਹਰ ਰਸ ਪੀਵਤ ਸਦ ਹੀ ਮਾਤਾ, ਆਨ ਰਸਾ ਖਿਨ ਮੇਂ ਲੈ ਜਾਤਾ। ਹਰ ਰਸ ਮਾਤੇ ਮਨ ਸਦਾ ਆਨੰਦ, ਹਰ ਰਸ ਮਾਤੇ ਮਨ ਸਦਾ ਆਨੰਦ। ਆਨ ਰਸਾ ਮੇਂ ਵਿਆਪੇ ਜਿੰਦ, ਹਰ ਰਸ ਪੀਵੇ ਅਲ ਮਸਤ ਮਤਵਾਰਾ। ਆਨ ਰਸਾ ਸਭ ਹੋਸ਼ੇਰੇ, ਹਰ ਰਸ ਕੀ ਕੀਮਤ ਕਹੀ ਨਾ ਜਾਏ। ਹਰ ਰਸ ਸਾਧੂ ਹਟ ਸਮਾਏ, ਲਾਖ ਕਰੋੜੀ ਮਿਲੇ ਨਾ ਕੇ। ਜਿਸੇ ਪ੍ਰਾਪਤ ਤਿਸ ਹੀ ਦੇ, ਨਾਨਕ ਚਾਖ ਭਏ ਬਿਸਮਾਦ। ਨਾਨਕ ਗੁਰ ਤੇ ਆਇਆ ਸਾਧ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਪਿਆਰੇ ਗੁਰੂ ਸਾਰੀ ਸਾਧ ਸੰਗਤ ਜੀ, ਆਪਾਂ ਪਿਛਲੇ ਸਮੇਂ ਦੌਰਾਨ ਇੱਕ ਅਹਿਮ ਵਿਸ਼ੇ 'ਤੇ ਗੱਲ ਕਰ ਰਹੇ ਸਾਂ ਕਿ ਧਰਮ ਦੀ ਮੂਲ ਬੁਨਿਆਦ ਕੀ ਹੈ। ਧਰਮ ਕੋਈ ਫੋਕਟ ਕਰਮਕਾਂਡ ਨਹੀਂ ਹੈ। ਧਰਮ ਇੱਕ ਤੱਤ ਵਸਤੂ ਹੈ। ਗਿਆਨੇ ਕਾਰਨ ਕਰਮ ਅਭਿਆਸ, ਗਿਆਨ ਪਿਆ ਤਬ ਕਰਮੇ ਨਾਸ। ਥੋੜ੍ਹਾ ਬਹੁਤਾ ਕਰਮ ਕਾਂਡ ਕਰਨ ਤੋਂ ਬਾਅਦ ਆ ਜਦੋਂ ਤੱਤ ਵਸਤੂ ਦੀ ਪ੍ਰਾਪਤੀ ਹੋ ਜਾਂਦੀ ਆ ਤੇ ਭਗਤ ਰਵਿਦਾਸ ਜੀ ਕਹਿੰਦੇ ਨੇ ਗਿਆਨ ਪਿਆ ਤਬ ਕਰਮੇ ਨਾਸ। ਜਦੋਂ ਧਰਮ ਦੀ ਮੂਲ ਤੱਤ ਬੁਨਿਆਦ ਕੋਈ ਪ੍ਰਾਪਤ ਹੋ ਜਾਂਦੀ ਆ ਤੇ ਬੰਦਾ ਫਿਰ ਤਮਾਮ ਕਰਮ ਕਾਂਡ ਤੋਂ ਮੁਕਤ ਹੋ ਜਾਂਦਾ ਹੈ। ਤੇ ਦੁਨੀਆ ਤੇ ਕਰਮ ਕਾਂਡ 'ਚ ਉਲਝੀ ਹੋਈ ਹੈ। ਤੇ ਗੁਰਬਾਣੀ ਦਾ ਇੱਕ ਵਾਕ ਆਉਂਦਾ ਹੈ ਕਿ ਅਬ ਕੱਲੂ ਆਇਓ ਰੇ, ਇੱਕ ਨਾਮ ਬੋਵੋ ਬੋਵੋ, ਆਨ ਰੁਤ ਨਾਹੀ ਨਾਹੀ, ਮਤ ਪਰਮ ਭੂਲੋ ਭੂਲੋ। ਮਹਾਰਾਜ ਕਹਿੰਦੇ ਕਲਯੁਗ ਦਾ ਸਮਾਂ ਭਾਈ, ਇੱਕ ਰੱਬ ਦਾ ਨਾਮ ਜਪੋ ਤੇ ਕਰਮ ਕਾਂਡ ਦੇ ਪਿੱਛੇ ਨਾ ਜਾਓ। ਪਰ ਭਗਤ ਰਵਿਦਾਸ ਜੀ ਕਹਿੰਦੇ ਨੇ ਕਰਮ ਕਾਂਡ ਦੀ ਲੋੜ ਪੈਂਦੀ ਆ ਥੋੜ੍ਹਾ ਚਿਰ, ਤੇ ਜਦੋਂ ਬੰਦਾ ਤੱਤ ਵਸਤੂ ਨੂੰ ਪ੍ਰਾਪਤ ਕਰ ਲੈਂਦਾ ਫਿਰ ਕਰਮ ਕਾਂਡ ਤੋਂ ਮੁਕਤ ਹੋ ਜਾਂਦਾ ਹੈ। ਪਰ ਆਮ ਦੁਨੀਆ ਕਰਮ ਕਾਂਡ ਦੇ ਵਿੱਚ ਹੀ ਉਲਝੀ ਰਹਿ ਜਾਂਦੀ ਹੈ।
ਸਾਰੀ ਜ਼ਿੰਦਗੀ ਲੋਕਾਂ ਨੂੰ ਇਹੋ ਦੱਸੀ ਜਾਂਦੇ ਨੇ ਕੰਨੇ ਬੰਨੇ, ਬੁੱਢੇ ਹੋ ਗਏ ਕੰਨੇ ਬੰਨੇ ਦੱਸਦੇ ਆ। ਇਹ ਜਿਹੜੇ ਕੰਨੇ ਬੰਨੇ ਦੱਸਣੇ ਇਹ ਸਾਲ 2 ਸਾਲ ਤੱਕ ਰਹਿਣੇ ਚਾਹੀਦੇ ਨੇ। ਮੁੜ ਕੇ ਬੰਦੇ ਨੂੰ ਕੋਈ ਗਾਂਹ ਕੋਈ ਅਵਸਥਾ ਵੀ ਪ੍ਰਾਪਤ ਕਰਨੀ ਚਾਹੀਦੀ ਹੈ। ਹੁਣ ਸਾਰੀ ਜ਼ਿੰਦਗੀ ਕਥਾ 'ਚ ਹੀ ਲਾ ਦਿੰਦੇ ਲੋਕੀ, ਕਥਾ ਹੀ ਕਹਾਣੀਆਂ ਹੀ ਪੜ੍ਹੀ ਜਾਂਦੇ ਨੇ ਅਤੇ ਪੜ੍ਹ ਕੇ ਲੋਕਾਂ ਨੂੰ ਮੁੜ ਕੇ ਸੁਣਾਈ ਜਾਂਦੇ ਨੇ। ਅਤੇ ਲੋਕਾਂ ਨੇ ਕਥਾ ਕਹਾਣੀਆਂ ਨੂੰ ਹੀ ਇਹ ਧਰਮ ਸਮਝਿਆ ਹੋਇਆ ਵੀ ਅਸੀਂ ਕਥਾ ਕਰ ਲੈਂਦੇ, ਅਸੀਂ ਕਹਾਣੀਆਂ ਜਾਣਦੇ ਹਾਂ, ਬਸ ਇਸੀ ਧਰਮ 'ਤੇ ਅਸੀਂ ਅਟਕੇ ਹੋਏ ਹਾਂ। ਅਤੇ ਸਿੱਖ ਕੌਮ ਵੀ ਕਹਾਣੀਆਂ ਦੇ ਪਿੱਛੇ ਲੜਨ ਦਈ ਹੈ। ਇਹ ਕਹਿੰਦੇ ਜੀ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਜਿਹੜੇ ਨਾਂ ਆਉਂਦੇ ਨੇ ਦੇਵੀ ਦੇਵਤਿਆਂ ਦੇ, ਉਹਦੀ ਕਥਾ ਤਾਂ ਤੁਹਾਨੂੰ ਉਸ ਗ੍ਰੰਥ ਵਿੱਚੋਂ ਮਿਲਣੀ ਹੈ, ਦਸਮ ਗ੍ਰੰਥ ਵਿੱਚੋਂ। ਇਸ ਕਰਕੇ ਉਹਦੀ ਬੜੀ ਵੱਡੀ ਲੋੜ ਆ ਕਹਿੰਦੇ। ਪਰ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਜਿਹੜੇ ਨਾਂ ਆਏ ਨੇ ਉਹਨਾਂ ਦੀਆਂ ਸਾਨੂੰ ਕਥਾ ਕਹਾਣੀਆਂ ਕਰਨ ਦੀ ਕੋਈ ਲੋੜ ਨਹੀਂ ਹੈ। ਗੁਰਬਾਣੀ ਦਾ ਮੂਲ ਸਿਧਾਂਤ ਹੈ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਇਹ ਤੱਤ ਵਾ, ਇਹ ਮੂਲ ਵਾ। ਅਬ ਕੱਲੂ ਆਇਓ ਰੇ, ਪਰ ਅਸੀਂ ਕਥਾ ਕਹਾਣੀਆਂ ਨੂੰ ਲੈ ਕੇ ਬਹਿ ਗਏ ਹਾਂ ਜੀ। ਇਹ ਜੀ ਉਹ ਜਿਹੜਾ ਜਰਾਸੰਧ ਦਾ ਜ਼ਿਕਰ ਆਉਂਦਾ ਗੁਰਬਾਣੀ 'ਚ, ਉਹਦੀ ਵਿਆਖਿਆ ਕਿੱਥੋਂ ਕਰੋਗੇ? ਅਤੇ ਉਹਦੀ ਲੋੜ ਨਹੀਂ ਹੈ ਭਾਈ ਸਾਨੂੰ ਵਿਆਖਿਆ ਕਰਨ ਦੀ। ਕਿਉਂ ਕਰਨੀ ਅਸੀਂ ਵਿਆਖਿਆ ਉਹਦੀ? ਕਾਲ ਨੇਮ ਬਦਾਰੇ ਜਿਹੜੇ ਉਹਨਾਂ ਦੇ ਜ਼ਿਕਰ ਆਉਂਦਾ ਵਾ, ਅਤੇ ਉਹਦੀ ਵਿਆਖਿਆ ਤੁਹਾਨੂੰ ਕਿੱਥੋਂ ਲੱਭਣੀ ਹੈ? ਉਸ ਗ੍ਰੰਥ ਵਿੱਚੋਂ ਲੱਭਣੀ ਹੈ। ਇਸ ਕਰਕੇ ਤੁਹਾਨੂੰ ਉਸ ਗ੍ਰੰਥ ਨੂੰ ਮੰਨਣਾ ਚਾਹੀਦਾ। ਨਾ ਭਾਈ ਕੋਈ ਕਥਾ ਕਹਾਣੀਆਂ ਦੀ ਲੋੜ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਬਹੁਤ ਵੱਡਾ ਸਿਧਾਂਤ ਵਾ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਕੁਛ ਲਿਖਿਆ ਹੈ, ਕੋਈ ਥੋੜ੍ਹਾ ਕੁਛ ਲਿਖਿਆ ਗਿਆ। ਜਿਨ੍ਹਾਂ ਕਥਾ ਕਹਾਣੀਆਂ ਨੂੰ ਮਾਰ ਕਹਿੰਦੇ ਸਿਵਾ ਸਖਤ ਸਿਬਾਦੰ ਮਨ ਛੋੜ ਭੇਦੰ ਸਿਮਰ ਸਿਮਰ ਗੋਬਿੰਦੰ ਤਰ ਭਵਜਲ। ਸਿਵਾ ਸਖਤ ਸਿਬਾਦੰ, ਤੁਸੀਂ ਜਿਹੜੀਆਂ ਦੇਵੀ ਦੇਵਤੀ ਦੀਆਂ ਕਥਾ ਕਰਦੇ ਹੋ ਨਾ ਭਗਤ ਨਾਮ ਦੇ ਜੀ, ਕਹਿੰਦੇ ਛੱਡੋ, ਕੀ ਲੈਣਾ ਇਹਨਾਂ ਵਿੱਚੋਂ ਤੁਸੀਂ। ਸਿਵਾ ਸ਼ਕਤ ਸੰਬਾਦੰ ਮੈਨੇ ਕਥਾ ਕਹਾਣੀਆਂ। ਮਨ ਛੋੜ ਭੇਦਨ, ਛੱਡੋ ਇਹਨਾਂ ਗੱਲਾਂ ਨੂੰ। ਅਤੇ ਕੌਮ ਸਾਡੀ ਇੱਥੇ ਲੜਨ ਦਈ ਹੈ, ਕਥਾ ਕਹਾਣੀਆਂ ਪਿੱਛੇ ਲੜਨ ਦਈ ਸਾਡੀ ਕੌਮ। ਮੈਂ ਰਹਿ ਗਿਆ ਸੀ ਜਿਹੜਾ ਧਰਮ ਆ ਕੋਈ ਕਰਮਕਾਂਡ ਨਹੀਂ ਹੈ। ਕਰਮਕਾਂਡ ਦੀ ਲੋੜ ਪੈਂਦੀ ਆ, ਪਰ ਕਰਮਕਾਂਡ ਦਾ ਅੱਗੇ ਜਾਣਾ ਚਾਹੀਦਾ। ਕੋਈ ਤੱਤ ਵਸਤੂ ਨੂੰ ਵੀ ਜ਼ਿੰਦਗੀ 'ਚ ਪ੍ਰਾਪਤ ਕਰਨਾ ਚਾਹੀਦਾ ਕਿ ਸਾਰੀ ਜ਼ਿੰਦਗੀ ਕਰਮਕਾਂਡ ਹੀ ਚੱਲਦਾ ਰਹਿ ਜਾਵੇ। ਸਾਰੀ ਜ਼ਿੰਦਗੀ ਕਥਾ ਕਹਾਣੀਆਂ 'ਚ ਲਗਾ ਦਈਏ, ਇਹ ਵੀ ਠੀਕ ਨਹੀਂ ਹੈ। ਹਾਲਾਂਕਿ ਹਰ ਕੀ ਅੱਜ ਦਾ ਜਿਹੜਾ ਹੁਕਮਨਾਮਾ ਸੀ ਨਾ ਦਰਬਾਰ ਸਾਹਿਬ ਦਾ, ਵੀ ਹਰ ਕੀਆਂ ਕਥਾ ਕਹਾਣੀਆਂ, ਅਸੀਂ ਰੱਬ ਦੀਆਂ ਗੱਲਾਂ ਕਰਨੀਆਂ, ਅਸੀਂ ਉਹਦੀਆਂ ਕਹਾਣੀਆਂ ਕਰਨੀਆਂ, ਅਤੇ ਸਾਨੂੰ ਦੇਵੀ ਦੇਵਤਿਆਂ ਦੀਆਂ ਕਥਾ ਕਹਾਣੀਆਂ ਕਰਨ ਦੀ ਕੀ ਲੋੜ ਪੈ ਗਈ ਆ ਭਾਈ? ਸਾਡੀ ਕੀ ਮਜਬੂਰੀ ਉਹਨਾਂ ਦੇਵੀ ਦੇਵਤਿਆਂ ਦੀ ਕਥਾ ਕਹਾਣੀਆਂ ਕਰਨੀ? ਅਸੀਂ ਉਹਨਾਂ ਦੀ ਵਿਰੋਧਤਾ ਨਹੀਂ ਕਰਦੇ, ਪਰ ਸਾਨੂੰ ਲੋੜ ਕੀ ਹੈ? ਗੱਲ ਆਹ ਵਾ। ਅੱਜ ਦਾ ਜਿਹੜਾ ਹੁਕਮਨਾਮਾ ਸੀ ਨਾ ਸ਼੍ਰੀ ਦਰਬਾਰ ਸਾਹਿਬ ਜੀ ਦਾ, ਕਿ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਮਰ ਕਹਿੰਦੇ ਤੂੰ ਕਥਾ ਕਰਨੀਆਂ ਹੀ ਵਾਂ, ਤੂੰ ਕਹਾਣੀਆਂ ਕਰਨੀਆਂ ਹੀ ਆ, ਤਾਂ ਗੱਲਾਂ ਸਿਰਜਣਹਾਰ ਦੀਆਂ ਥੋੜ੍ਹੀਆਂ ਗੱਲਾਂ ਨੇ, ਉਹ ਕਰੋ ਹਾਂ। ਤੁਸੀਂ ਕਿਹੜੇ ਚੱਕਰਾਂ 'ਚ ਪਏ ਹੋਏ ਹੋ? ਅਤੇ ਜਿਹੜਾ ਅੱਜ ਉੱਥੇ ਹੁਕਮਨਾਮਾ ਸ਼੍ਰੀ ਦਰਬਾਰ ਸਾਹਿਬ ਅੰਦਰ ਆਇਆ ਕਿ ਹਰ ਕੀਆਂ ਕਥਾ ਕਹਾਣੀਆਂ, ਅਤੇ ਜਿਸ ਸਿੰਘ ਸਾਹਿਬ ਨੇ ਅੱਜ ਹੁਕਮਨਾਮਾ ਲਿਆ ਨਾ ਦਰਬਾਰ ਸਾਹਿਬ ਦਾ, 1-2 ਨਹੀਂ, ਉਹਨੇ 10 ਗਲਤੀਆਂ ਹੁਕਮਨਾਮਾ ਲੈਂਦਿਆਂ ਹੋਇਆਂ ਕੀਤੀਆਂ। 10 ਗਲਤੀਆਂ, ਕਿਉਂਕਿ ਉਹ ਬਿੰਦੀਆਂ ਨਹੀਂ ਸੀ ਲਾ ਰਿਹਾ। ਹਰ ਕੀਆਂ ਕਥਾ ਕਹਾਣੀਆਂ, ਹੁਣ ਬਿੰਦੀ ਲਾ ਕੇ ਕਹਾਣੀਆਂ ਬਣਦਾ, ਉਹ ਕਹਿੰਦਾ ਕਹਾਣੀਆਂ। ਗੁਰਮੀਤ ਸੁਣਾਈਆ, ਹੁਣ ਬਿੰਦੀ ਨਹੀਂ ਸੀ ਲਾਉਣ ਦਿਆ,
ਕਿਉਂਕਿ ਉਹ ਪੜ੍ਹੇ ਕਿਤੇ ਹੋਰ ਕਿਤੇ, ਉਹਨੇ ਕੋ ਉੱਥੇ ਕਹਿੰਦੇ ਬਿੰਦੀ ਕਹਿੰਦੇ ਲੱਗਣੀ ਨਹੀਂ ਹੈ। ਤੇ ਹੁਕਮਨਾਮਾ ਲੈਂਦਿਆਂ ਅੱਜ ਦਰਬਾਰ ਸਾਹਿਬ ਦੇ ਅੰਦਰ ਉਹ ਜਿਸ ਸਿੰਘ ਸਾਹਿਬ ਨੇ ਲਿਆ, ਉਹਨੇ 10 ਗਲਤੀਆਂ ਕੀਤੀਆਂ ਹੁਕਮਨਾਮਾ ਲੈਂਦਿਆਂ ਹੋਇਆ ਹੀ। ਕਿਉਂਕਿ ਬਿੰਦੀ ਤੋਂ ਬਿਨਾਂ ਕੋਈ ਬਹੁਵਚਨ ਬਣਦਾ ਨਹੀਂ, ਤਾਂ ਬਿੰਦੀ ਲਾਉਂਦਾ ਨਹੀਂ। ਹਰਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਬਲਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ ਬਿੰਦੀਆਂ ਲਾ ਕੇ, ਜਿੱਦਾਂ ਚੰਗਿਆਈਆਂ ਬਰਿਆਈਆਂ ਵਧਾਈਆਂ, ਇਹ ਬਿੰਦੀਆਂ ਲਾ ਕੇ ਉਚਾਰਨ ਕੀਤਾ ਜਾਂਦਾ। ਤੇ ਜਦੋਂ ਤੁਸੀਂ ਇਹਨਾਂ ਨੂੰ ਬਿੰਦੀਆਂ ਨਹੀਂ ਲਾਓਗੇ, ਚੰਗਿਆਈਆ ਬਰਿਆਈਆ ਵਧਾਈਆ, ਇਹ ਤੇ ਕੋਈ ਅਰਥ ਨਹੀਂ ਬਣਦਾ। ਅਰਥ ਕਰਨ ਵਾਸਤੇ ਉਹਨਾਂ ਦਾ ਬਿੰਦਾ ਲਾ ਕੇ ਉਚਾਰਨ ਕਰਨਾ ਪੈਂਦਾ। ਮੈਂ ਕਹਿ ਰਿਹਾ ਸੀ ਕਿ ਸਾਰੀ ਜ਼ਿੰਦਗੀ ਕਰਮ ਕਾਂਡ 'ਚ ਨਾ ਲੰਘ ਜੇ, ਸਾਰੀ ਜ਼ਿੰਦਗੀ ਕਥਾ ਕਹਾਣੀਆਂ ਵਿੱਚ ਨਾ ਲੰਘ ਜਾਵੇ। ਕੋਈ ਤੱਤ ਵਸਤੂ ਵੀ ਜ਼ਿੰਦਗੀ 'ਚ ਚਾਹੀਦੀ ਹੈ। ਤੇ ਅਸੀਂ ਲੜ ਰਹੇ ਹਾਂ ਵੀ ਗੁਰੂ ਗ੍ਰੰਥ ਸਾਹਿਬ ਜਿਹੜੀ ਦੇਵੀ ਦੇਵਤਿਆਂ ਦੇ ਨਾਮ ਦੇ ਨੇ, ਉਹਦੀਆਂ ਕਥਾ ਕਹਾਣੀਆਂ ਕਰਨੀਆਂ ਚਾਹੀਦੀਆਂ। ਲਓ, ਸਾਨੂੰ ਕੀ ਲੋੜ ਪਈ ਭਾਈ, ਅਸੀਂ ਕਿਉਂ ਕਰਨੀਆਂ? ਸਾਡੇ ਕੋਲ ਗੁਰੂ ਦੀਆਂ ਕਹਾਣੀਆਂ ਥੋੜ੍ਹੀਆਂ ਨੇ। ਧੰਨ ਗੁਰੂ ਗੋਬਿੰਦ ਸਿੰਘ ਦੀਆਂ ਹਜ਼ਾਰਾਂ ਕਹਾਣੀਆਂ ਨੇ, ਗੁਰੂ ਨਾਨਕ ਸਾਹਿਬ ਦੀਆਂ ਹਜ਼ਾਰਾਂ ਕਹਾਣੀਆਂ ਨੇ। ਤੇ ਉਹਨਾਂ ਨੂੰ ਛੱਡ ਕੇ ਤੁਸੀਂ ਆਖੋ ਅਸੀਂ ਦੇਵੀ ਦੇਵਤਿਆਂ ਦੀਆਂ ਕਹਾਣੀਆਂ ਕਰਨੀਆਂ ਤੇ ਉਸ ਗ੍ਰੰਥ ਵਿੱਚ ਲਿਖੀਆਂ ਹੋਈਆਂ ਵਾ। ਇਹ ਕਿੱਦਾਂ ਦੀ ਬਾਤ ਹੋ ਰਹੀ ਹੈ? ਇਹ ਕਰਮਕਾਂਡ ਨਹੀਂ ਤੇ ਹੋਰ ਕੀ ਹੈ? ਸਾਰੀ ਜ਼ਿੰਦਗੀ ਕਥਾ ਕਹਾਣੀਆਂ ਚੱਲਣਗੀਆਂ? ਨਾ ਨਾ ਨਾ। ਮਾਰ ਕਹਿੰਦੇ ਅਬ ਕੱਲੂ ਆਇਓ ਰੇ, ਕਲਯੁਗ ਦਾ ਸਮਾਂ ਵਾ। ਤੇ ਇੱਕ ਨਾਮ ਬੋਵੋ, ਰੱਬ ਦੀਆਂ ਗੱਲਾਂ ਕਰੋ, ਰੱਬ ਦਾ ਨਾਮ ਜਪੋ, ਤੇ ਹੋਰ ਕਥਾ ਕਹਾਣੀਆਂ ਛੱਡੋ। ਪਰ ਹੁਣ ਕੀਤਾ ਕੀ ਜਾਵੇ? ਬੜੀਆਂ ਬੜੀਆਂ ਲੰਮੀਆਂ ਚੌੜੀਆਂ ਕਥਾ ਕਹਾਣੀਆਂ ਲਿਖ ਕੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਤੇ ਰੱਖ ਦਿੱਤੀਆਂ ਗਈਆਂ। ਕਰੋ ਤੁਸੀਂ ਇਹਨਾਂ ਕਥਾ ਕਹਾਣੀਆਂ। ਮਹਾਰਾਜ ਕਹਿੰਦੇ ਗੱਲੀ ਗੱਲਾਂ ਸਿਰਜਣਹਾਰ। ਮਹਾਰਾਜ ਕਹਿੰਦੇ ਤੂੰ ਗੱਲਾਂ ਕਰਨੀਆਂ ਵਾ। ਕਈਆਂ ਬੰਦਿਆਂ ਦਾ ਸੁਭਾਅ ਹੁੰਦਾ ਗੱਲਾਂ ਬੜੀਆਂ ਕਰਦੇ ਨੇ, ਇਹ ਮਨੁੱਖੀ ਸੁਭਾਅ ਆ। ਖਾਸ ਕਰਕੇ ਇਸਤਰੀ ਜਾਤ ਤਾਂ ਚੁੱਪ ਕਰ ਨਹੀਂ ਸਕਦੀ। ਕਹਿੰਦੇ ਦੁਨੀਆ ਦਾ ਝੂਠ ਕਿਸੇ ਨੇ ਦੱਸਣਾ, ਦੁਨੀਆ ਦਾ ਸਭ ਤੋਂ ਵੱਡਾ ਝੂਠ ਕਿਹੜਾ ਵਾ? ਇਹ 4 ਜਨਾਨੀਆਂ ਬੈਠੀਆਂ ਸੀ ਕਿਤੇ ਤੇ ਚੁੱਪ ਬੈਠੀਆਂ ਸੀ। ਇਹ ਦੁਨੀਆ ਦਾ ਸਭ ਤੋਂ ਵੱਡਾ ਝੂਠ ਆ। ਇਸ ਨੂੰ ਚੁੱਪ ਕਰਾਉਣਾ ਬੜਾ ਮੁਸ਼ਕਲ ਹੈ। ਇਹ ਤਾਂ ਸੰਗਤ ਵਿੱਚ ਵੀ ਇਹਨਾਂ ਨੂੰ ਹੱਥ ਜੋੜਨੇ ਪੈਂਦੇ, ਬੀਬੀਓ ਚੁੱਪ ਕਰੋ, ਬੀਬੀਓ ਸ਼ਾਂਤੀ ਵਰਤਾਓ। ਇਹ ਸੁਭਾਅ ਹੁੰਦਾ ਹੈ। ਕਈ ਬੰਦਿਆਂ ਦਾ ਵੀ ਸੁਭਾਅ ਹੁੰਦਾ ਗੱਲਾਂ ਬੜੀਆਂ ਕਰਦੇ ਨੇ। ਬੀਬੀਆਂ ਦੀ ਤਾਂ ਕਹਾਣੀ ਗਾਹ ਲੱਗੀ ਹੋਈ ਹੈ। ਮਾਰ ਕਹਿੰਦੇ ਗੱਲੀ ਗੱਲਾਂ ਸਿਰਜਣਹਾਰ। ਤੂੰ ਗੱਲਾਂ ਕਰਨ ਦਾ ਬੜਾ ਸ਼ੌਕੀਨ ਹੈ, ਤੈਨੂੰ ਗੱਲਾਂ ਕਰਨੀਆਂ ਬੜੀਆਂ ਪਸੰਦ ਨੇ, ਤੇ ਰੱਬ ਦੀਆਂ ਗੱਲਾਂ ਕਰਿਆ ਕਰ। ਹਰਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਮੈਂ ਕਹਿ ਰਿਹਾ ਸੀ ਵੀ ਅਸੀਂ ਕਿਸੇ ਤੱਤ ਵਸਤੂ ਤੇ ਗੱਲ ਕਰ ਰਹੇ ਹਾਂ, ਅਸੀਂ ਕੋਈ ਕਥਾ ਕਹਾਣੀਆਂ ਨਹੀਂ ਕਰ ਰਿਹਾ। ਮੈਂ ਪਿਛਲੇ 2-3 ਹਫ਼ਤਿਆਂ ਤੋਂ ਧਰਮ ਦੀ ਜੋ ਮੂਲ ਬੁਨਿਆਦ ਹੈ ਉਹਦੀ ਅਸੀਂ ਗੱਲ ਕਰ ਰਹੇ ਹਾਂ। ਕਰਮਕਾਂਡ ਦੀ ਤਾਂ ਅਸੀਂ ਗੱਲ ਕਰਦੇ ਹੀ ਨਹੀਂ ਆ। ਤੇ ਕਬੀਰ ਸਾਹਿਬ ਦੇ ਅਸੀਂ 2 ਸ਼ਬਦ ਲਏ ਸੀ ਕਿ ਉਹ ਕਹਿੰਦੇ ਸੀ ਕਿ ਅਬ ਮੋਹਿ ਜਲਤ ਰਾਮ ਜਲ ਪਾਇਆ। ਮੈਂ ਸੜ ਰਿਹਾ ਸੀ ਈਰਖਾ ਦੇ ਨਾਲ, ਦਵੈਸ਼ ਦੇ ਨਾਲ, ਕ੍ਰੋਧ ਦੇ ਨਾਲ, ਤੇ ਮੈਨੂੰ ਇੱਕ ਜਲ ਦੀ ਪ੍ਰਾਪਤੀ ਹੋਈ ਆ। ਤੇ ਅੱਜ ਅਸੀਂ ਜਿਸ ਵਿਸ਼ੇ ਤੇ ਬੋਲਣਾ ਹੈ ਉਹ ਇਹ ਆ ਵੀ ਉਹ ਜਲ ਕਿਹੜਾ ਵਾ ਜਿਹੜਾ ਕਬੀਰ ਸਾਹਿਬ ਨੇ ਪੀਤਾ, ਜਿਹਨੂੰ ਗੁਰੂ ਨਾਨਕ ਸਾਹਿਬ ਨੇ ਪੀਤਾ, ਜਿਸ ਅੰਮ੍ਰਿਤ ਜਲ ਨੂੰ ਸ਼੍ਰੀ ਲਹਿਣਾ ਜੀ ਨੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਰਹਿ ਕੇ ਪੀਤਾ, ਜਿਸ ਅੰਮ੍ਰਿਤ ਦੇ ਬਾਰੇ ਧੰਨ ਗੁਰੂ ਅਮਰਦਾਸ ਕਹਿੰਦੇ ਨੇ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਉਹ ਅੰਮ੍ਰਿਤ ਕਿਹੜਾ ਵਾ ਜਿਹਦਾ ਜ਼ਿਕਰ ਬਾਰ-ਬਾਰ ਮੈਂ ਹੁਣ ਇਹਦੇ ਪਿੱਛੇ ਲਿਖ ਕੇ ਵੀ ਪਾਇਆ ਕਿ ਮਨ ਮੱਧੇ ਪ੍ਰਭ ਅਵਗਾਈਆਂ, ਇਹ ਰਸ ਭੋਗਣ ਪਾਤਸ਼ਾਹੀਆਂ। ਮਨ ਦੇ ਵਿੱਚ ਜਦੋਂ ਕੋਈ ਚੁੱਭੀ ਮਾਰਦਾ ਏ ਉਹਦੇ 'ਚੋਂ ਰੱਬੀ ਰਸ ਦੀ ਪ੍ਰਾਪਤੀ ਹੁੰਦੀ ਹੈ। ਉਹ ਜਿਹੜੀ ਇੱਕ ਸਾਖੀ ਸੁਣਾਉਂਦੇ ਆ ਨਾ ਕਿ ਗੁਰੂ ਨਾਨਕ ਸਾਹਿਬ ਨੇ ਵੇਹੀ ਨਦੀ ਵਿੱਚ ਚੁੱਭੀ ਮਾਰੀ ਤੇ ਪਰਲੇ ਪਾਰ ਚਲ ਗਏ ਤੇ ਸੱਚਖੰਡ ਚਲ ਗਏ। ਮੈਂ ਉਸ ਸਾਖੀ ਨਾਲ ਸਹਿਮਤ ਨਹੀਂ ਹਾਂ,
ਪਰ ਮੈਂ ਉਸ ਸਾਖੀ ਦਾ ਤੱਤ ਸਾਰ ਕਹਿਣਾ ਚਾਹੁੰਦਾ ਵਾਂ ਕਿ ਵਾਕਿਆ ਹੀ ਜਿਹੜਾ ਸਾਡਾ ਮਨ ਵਾ ਨਾ, ਇਹ ਵਹਿ ਕਾਲੀ ਨਦੀ ਆ। ਮਹਾਰਾਜ ਨੇ ਕਿਹਾ ਵੀ ਜਿਹੜਾ ਸਾਡਾ ਮਨ ਵਾ ਨਾ, ਇਹ ਕਾਲੀ ਨਦੀ ਆ। ਇਹ 'ਚ ਗੰਦਾ ਪਾਣੀ ਵਹਿੰਦਾ ਹੈ, ਇਹ 'ਚ ਮਾੜੇ ਫੁਰਨੇ ਚੱਲਦੇ ਨੇ। ਇਹ ਸਾਡੇ ਮਨ ਦੇ ਅੰਦਰ, ਮਨ ਦੇ ਵਿੱਚ ਮਾੜੀ ਵਿਚਾਰ ਚੱਲਦੀ ਹੈ, ਕ੍ਰੋਧ ਚੱਲਦਾ ਹੈ, ਵਾਸ਼ਨਾ ਚੱਲਦੀਆਂ ਨੇ, ਬੜਾ ਗੰਦ ਚੱਲਦਾ ਹੈ। ਇਉਂ ਕਹਿ ਲਓ ਗੰਦਾ ਨਾਲਾ ਹੀ ਆ। ਜਿੱਦਾਂ ਕਹਿੰਦੇ ਰਾਮ ਤੇਰੀ ਗੰਗਾ ਮੈਲੀ। ਗੰਗਾ ਤੋਂ ਸ਼ਿਵ ਜੀ ਦੀ, ਰਾਮ ਦੀ ਨਹੀਂ ਆ ਭਾਈ, ਪਰ ਇਹਨਾਂ ਨੇ ਫਿਲਮ ਬਣਾਈ ਸੀ ਰਾਮ ਤੇਰੀ ਹੈ ਗੰਗਾ ਮੈਲੀ। ਚਲੋ, ਮੈਂ ਕਹਿ ਰਿਹਾ ਸੀ ਜਿਹੜੇ ਲੋਕ ਕਹਿੰਦੇ ਆ ਨਾ ਕਿ ਵੇਹੀ ਨਦੀ ਵਿੱਚ ਚੁੱਭੀ ਮਾਰੀ ਤੇ ਗੁਰੂ ਨਾਨਕ ਸੱਚਖੰਡ ਚਲ ਗਏ, ਇਹ ਗੱਲ ਬਣਦੀ ਨਹੀਂ ਆ। ਨਦੀਆਂ 'ਚ ਚੁੰਬੀਆਂ ਮਾਰਿਆ ਕੋਈ ਸੱਚਖੰਡ ਥੋੜ੍ਹਾ ਆਉਂਦਾ ਭਾਈ। ਹਾਂ, ਇਹ ਜਿਹੜਾ ਸਾਡਾ ਮਨ ਵਾ, ਇਹ ਕਾਲੀ ਨਦੀ ਆ। ਜਿਹੜਾ ਸਾਡਾ ਮਨ ਵਾ, ਇਹ ਗੰਦਾ ਨਾਲਾ ਵਾ, ਗੰਦੀ ਵੇਹੀ ਆ, ਕਾਲੀ ਵੇਹੀ ਆ। ਤੇ ਜਦੋਂ ਕੋਈ ਮਨ ਨੂੰ ਪਾਰ ਕਰ ਜਾਊਗਾ, ਇਹ ਮਨ ਦਿਆਂ ਫੁਰਨਿਆਂ ਤੋਂ ਅੱਗੇ ਨਿਕਲ ਜਾਏਗਾ। ਹਾਲਾਂ ਨਿਕਲਣਾ ਬੜਾ ਮੁਸ਼ਕਲ ਹੈ। ਨਦੀ ਬੜੀ ਡਰਾਵਣੀ ਹੈ, ਮਨ ਦੇ ਵਿੱਚ ਬੜੇ ਮਾੜੇ ਵਿਚਾਰ ਨੇ, ਬੜਾ ਕ੍ਰੋਧ ਹੈ, ਜਿਹਨੂੰ ਅਸੀਂ ਉਹ ਸੋਲਾ ਸਾਹਿਬ ਦੇ ਅੰਦਰ ਜਦੋਂ ਪੜ੍ਹਦੇ ਹਾਂ ਕਿ ਕਾਮ ਕ੍ਰੋਧ ਨਗਰ ਬਹੁ ਭਰਿਆ। ਇਹ ਕ੍ਰੋਧ ਨਾਲ ਭਰਿਆ ਪਿਆ, ਇਹ ਵਾਸ਼ਨਾਵਾਂ ਦੇ ਨਾਲ ਭਰਿਆ ਪਿਆ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾਹੇ। ਸੰਗਤ ਵਿੱਚ ਬਹਿ ਕੇ ਇਸ ਨੂੰ ਖੰਡਨ ਕੀਤਾ ਜਾ ਸਕਦਾ, ਇਸ ਨੂੰ ਤੋੜਿਆ ਜਾ ਸਕਦਾ, ਇਸ ਨੂੰ ਭੰਨਿਆ ਜਾ ਸਕਦਾ। ਮੈਂ ਕਹਿ ਰਿਹਾ ਸੀ ਕਿ ਮਨ ਸਾਡਾ ਕਾਲੀ ਨਦੀ ਆ, ਤੇ ਜਦੋਂ ਅਸੀਂ ਨਦੀ ਤੋਂ ਪਾਰ ਜਾਵਾਂਗੇ ਨਾ, ਮਨ ਵਿੱਚ ਚੁੱਭੀ ਮਾਰ ਦਿਆਂਗੇ। ਹਾਲਾਂ ਵੇਹੀ ਉਹ ਬਾਹਰੀ ਵੇਹੀ ਨਦੀ ਵਿੱਚ ਚੁੱਭੀ ਮਾਰਿਆ ਕੋਈ ਸੱਚਖੰਡ ਨਹੀਂ ਆਉਂਦਾ। ਹਾਂ, ਜੇ ਕੋਈ ਮਨ ਵਿੱਚ ਚੁੱਭੀ ਮਾਰ ਜਾਵੇ, ਮਨ ਵਿੱਚ ਫੁਰਨੇ ਚੁੱਭੀ ਮਾਰ ਨਹੀਂ ਦਿੰਦੇ, ਕਿ ਪਿੱਛੇ ਰੱਖਦੇ ਨੇ, ਧੱਕ ਕੇ ਪਿਛਾਂਹ ਨੂੰ ਰੱਖਦੇ ਨੇ ਸਾਨੂੰ। ਤੇ ਮਾਰ ਕਹਿੰਦੇ ਮਨ ਮੰਦੇ ਪ੍ਰਭ ਅਵਗਾਹੀਆਂ। ਕੋਈ ਚੁੱਭੀ ਮਾਰ ਗਿਆ ਮਨ ਦੇ ਵਿੱਚ, ਤੇ ਇਹ ਰਸ ਭੋਗਣ ਪਾਤਸ਼ਾਹੀਆਂ। ਇਹਦੋਂ ਵੱਡੀ ਕੋਈ ਪਾਤਸ਼ਾਹੀ ਨਹੀਂ ਆ। ਕੋਈ ਅੰਦਰ ਰੱਬ ਦੇ ਚਰਨਾਂ ਨਾਲ ਜੁੜ ਕੇ ਕੋਈ ਰੱਬੀ ਰਸ ਨੂੰ ਮਾਣ ਰਿਹਾ ਹੈ, ਕੋਈ ਰੱਬ ਦੇ ਚਰਨਾਂ ਨਾਲ ਜੁੜਿਆ ਹੋਇਆ ਵਾ ਨਾ, ਨਾਨਕ ਨਾਮ ਰਤੇ ਹੋਰ ਪਾਤਸ਼ਾਹੀਆਂ ਕੂੜੀਆਂ, ਨਾਮ ਰਤੇ ਪਾਤਸ਼ਾਹ। ਇਹਦੋਂ ਵੱਡੀ ਕੋਈ ਪਾਤਸ਼ਾਹੀ ਨਹੀਂ ਹੈ ਰੱਬ ਦੇ ਚਰਨਾਂ ਨਾਲ ਜੁੜਨਾ, ਧਿਆਨ ਨੂੰ ਜੋੜਨਾ। ਤੇ ਮੈਂ ਕਹਿ ਰਿਹਾ ਸੀ ਵੀ ਜਦੋਂ ਕੋਈ ਚੁੱਭੀ ਮਾਰ ਜਾਂਦਾ ਇਸ ਵੇਹੀ ਨਦੀ ਵਿੱਚ ਮਨ ਮੰਦੇ, ਤੇ ਫਿਰ ਇੱਕ ਸੱਚਖੰਡ ਮਿਲਦਾ ਹੈ। ਮਨ ਦੇ ਪਾਰ ਜਾ ਕੇ ਸੱਚਖੰਡ ਮਿਲਦਾ ਹੈ, ਮਨ ਦੇ ਉਰਲੇ ਪਾਸੇ ਨਹੀਂ ਆ। ਜੋ ਜਨ ਪਰਮਤ ਪਰਮ ਨ ਜਾਨਾ, ਬਾਤ ਨਹੀਂ ਹੈ ਬੈਕੁੰਠ ਬਖਾਨਾ। ਨਾ ਜਾਨਾ ਬਕੁੰਠ ਕਹਾਂ ਹੀ, ਜਾਣ ਸਭ ਕਹੇ ਤਹਾਂ ਹੀ। ਕਹਿ ਕਬੀਰੇ ਕਹੀਏ ਕਾਹੇ, ਸਾਧ ਸੰਗਤ ਬੈਕੁੰਠੇ ਆਏ। ਕੋਈ ਵੇਹੀ ਨਦੀਆਂ ਵਿੱਚ ਚੁੱਭੀ ਮਾਰਿਆ ਬਕੁੰਠ ਨਹੀਂ ਮਿਲਦਾ। ਸੰਗਤ ਵਿੱਚ ਬੈਠਿਆਂ ਜਦੋਂ ਕੋਈ ਮਨ ਦੇ ਵਿੱਚ ਚੁੱਭੀ ਮਾਰ ਜਾਂਦਾ, ਫਿਰ ਸੱਚਖੰਡ ਮਿਲ ਜਾਂਦਾ ਹੈ। ਕਹੋ ਕਬੀਰੇ ਕਹੀਏ ਕਾਹੇ, ਸਾਧ ਸੰਗਤ ਬੈਕੁੰਠੇ ਆਏ। ਤੇ ਜਿਹੜੇ ਲੋਕਾਂ ਨੇ ਬੈਕੁੰਠ ਰਚੇ ਹੋਏ ਨੇ, ਸਿਰਜੇ ਹੋਏ ਨੇ, ਤੇ ਕਬੀਰ ਸਾਹਿਬ ਕਹਿੰਦੇ ਜਬ ਲਗ ਮਨ ਬੈਕੁੰਠ ਕੀ ਆਸ, ਤਬ ਲਗ ਨਹੀਂ ਹੋਏ ਚਰਨ ਨਿਵਾਸ। ਜਿੰਨਾ ਚਿਰ ਤੂੰ ਬਾਹਰੀ ਕਲਪੇ ਗਏ ਬਕੁੰਠਾਂ ਦੀ ਆਸ ਰੱਖਦਾ ਏ। ਕਈ ਤਰ੍ਹਾਂ ਦੇ ਬਕੁੰਠ ਨੇ, ਸੱਚਖੰਡ ਨੇ, ਤੇ ਜਿੰਨਾ ਚਿਰ ਤੂੰ ਬਾਹਰੀ ਬਕੁੰਠਾਂ ਦੀ ਆਸ ਰੱਖ ਕੇ ਬੈਠਾ ਹੈ, ਰੱਬ ਦੇ ਚਰਨਾਂ ਨਾਲ ਜੁੜਿਆ ਨਹੀਂ ਜਾਣਾ। ਤੇ ਜਿੱਦਣ ਤੂੰ ਮਨ ਵਿੱਚ ਚੁੱਭੀ ਮਾਰ ਗਿਓ, ਮਨ ਤੋਂ ਪਾਰ ਚਲ ਗਿਓ, ਕਬੀਰ ਸਾਹਿਬ ਕਹਿੰਦੇ ਫਿਰ ਸੱਚਖੰਡ ਚਲ ਗਿਓ। ਆਹੀ ਤੇ ਕਹਾਣੀ ਹੈ। ਤੇ ਉਹਨੂੰ ਜੋੜ ਦਿੱਤਾ ਗਿਆ ਵੀ ਗੁਰੂ ਨਾਨਕ ਸਾਹਿਬ ਨੇ ਚੁੱਭੀ ਮਾਰੀ ਸੀ, ਤੇ ਵੇਹੀ ਨਦੀ ਤੋਂ ਪਾਰ ਸੱਚਖੰਡ ਨੂੰ ਤੁਰ ਗਏ। ਇਸ ਤਰ੍ਹਾਂ ਨਦੀਆਂ ਵਿੱਚ ਚੁੱਭੀ ਮਾਰਿਆ ਕੋਈ ਸੱਚਖੰਡ ਨਹੀਂ ਜਾਂਦਾ ਹੁੰਦਾ। ਤੇ ਮੈਂ ਕਹਿ ਰਿਹਾ ਸੀ ਵੀ ਅਸੀਂ ਇੱਕ ਵਿਸ਼ੇ ਤੇ ਗੱਲ ਕਰ ਰਹੇ ਸੀ ਕਿ ਅੱਜ ਸਾਡਾ ਵਿਸ਼ਾ ਵਾ ਕਿ ਜਿਹੜਾ ਸਾਡੇ ਸਰੀਰ ਅੰਦਰ ਅੰਮ੍ਰਿਤ ਵਾ, ਜਿਹੜਾ ਕਬੀਰ ਨੇ ਪੀਤਾ ਅੰਮ੍ਰਿਤ,
ਜਿਹਨੂੰ ਭਗਤ ਨਾਮਦੇਵ ਜੀ ਕਹਿੰਦੇ ਨੇ 70 ਦੋਏ ਭਰੇ ਅੰਮ੍ਰਿਤਸਰ। ਮੇਰੀਆਂ 72 ਨਾੜੀਆਂ ਨੇ ਸਰੀਰ ਦੀਆਂ, ਮੋਟੀਆਂ ਮੋਟੀਆਂ, 72,000 ਬਰੀਕ ਬਰੀਕ ਪਾ ਕੇ ਤੇ ਕਹਿੰਦੇ 72,000 ਨਾੜੀ ਬੰਦੇ ਦੀ ਹੈ। ਤੇ ਭਗਤ ਨਾਮਦੇਵ ਜੀ ਕਹਿੰਦੇ ਨੇ ਕਿ 70 ਦੋਏ ਭਰੇ ਅੰਮ੍ਰਿਤਸਰ, ਮੇਰਾ ਇਹ ਸਰੀਰ ਅੰਮ੍ਰਿਤ ਨਾਲ ਭਰ ਗਿਆ ਹੈ। ਉਹ ਕਿਸ ਤਰ੍ਹਾਂ ਭਰਿਆ? ਅੱਜ ਅਸੀਂ ਇਸ ਵਿਸ਼ੇ ਤੇ ਬੋਲਣਾ, ਉਹ ਅੰਮ੍ਰਿਤ ਕਿਵੇਂ ਮਿਲਦਾ ਹੈ। ਤੇ ਕਬੀਰ ਸਾਹਿਬ ਨੇ ਕਿਹਾ ਸੀ ਕਿ ਮੈਨੂੰ ਇੱਕ ਅੰਮ੍ਰਿਤ ਪ੍ਰਾਪਤ ਹੋਇਆ, ਮੈਨੂੰ ਇੱਕ ਜਲ ਪ੍ਰਾਪਤ ਹੋਇਆ, ਤੇ ਜਦੋਂ ਮੈਂ ਪੀਣ ਲੱਗ ਪਿਆ ਨਾ ਤੇ ਮਾਧੋ ਜਲ ਕੀ ਪਿਆਸ ਨਾ ਜਾਏ। ਉਹ ਪੀਂਦਿਆਂ 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 ਪਿਆਸ ਵੱਧਦੀ ਗਈ, ਉਸ ਨੂੰ ਹੋਰ ਪੀਣ ਦੀ ਤੜਫ ਜਾਗਦੀ ਗਈ, ਵੱਧਦੀ ਗਈ। ਤੇ ਉਹਨਾਂ ਦੇ ਘਰਦਿਆਂ ਨੇ ਜਦੋਂ ਕਬੀਰ ਸਾਹਿਬ ਰੱਬ ਦੇ ਚਰਨਾਂ ਨਾਲ ਜੁੜ ਕੇ ਬਹਿ ਗਏ, ਤਨਨਾ ਬੁਰਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜਲਾਹਰਾ ਪਇਓ ਗੁਣੀ ਗਹੀਰਾ। ਤੇ ਘਰਦਿਆਂ ਨੇ ਆਖਿਆ ਵੀ ਇਹ ਕੰਮ ਧੰਦਾ ਛੱਡ ਕੇ ਤੇ ਕਿਹੜੇ ਰਾਹ ਪੈ ਗਿਆ ਹੈ। ਹਮਾਰੇ ਕੁਲ ਕੌਣੇ ਰਾਮ ਕਹਿਓ, ਸਾਡੇ ਵੱਡੇ ਵਡੇਰਿਆਂ ਨੂੰ ਕਦੀ ਅਸੀਂ ਮਾਲਾ ਨਹੀਂ ਫੇਰਦਿਆਂ ਵੇਖਿਆ, ਇਹ ਪਤਾ ਨਹੀਂ ਕਿੱਥੋਂ ਮਾਲਾ ਲੈ ਆ ਤੇ ਫੇਰੀ ਜਾਂਦਾ, ਮਾਲਾ ਹੀ ਫੇਰੀ ਜਾਂਦਾ। ਹੁਣ ਕੱਟੜ ਲੋਕ ਤਾਂ ਮਾਲਾ ਦੀ ਵਿਰੋਧਤਾ ਕਰਦੇ ਨੇ। ਹਮਾਰੇ ਕੁਲ ਕੌਣੇ ਰਾਮ ਕਹਿਓ, ਸਾਡੀ ਕੁਲ ਦੇ ਵਿੱਚ, ਸਾਡੀ ਖਾਨਦਾਨ ਦੇ ਅੰਦਰ ਕਿਸੇ ਨੇ ਰਾਮ ਨਾਮ ਨਹੀਂ ਕਿਹਾ, ਕਿਸੇ ਨੇ ਰਾਮ ਰਾਮ ਨਹੀਂ ਜਪਿਆ। ਇਹ ਤੇ ਤੂੰ ਕਿੱਥੋਂ ਮਾਲਾ ਫੜ ਲਿਆ ਭਗਤਾ? ਜਬ ਕੀ ਮਾਲਾ ਲਈ ਨਪੂਤੇ ਤਬ ਤੇ ਸੁਖ ਨਾ ਪਇਓ। ਤੇ ਕਬੀਰ ਸਾਹਿਬ ਨੇ ਫਿਰ ਉੱਥੇ ਸ਼ਬਦ ਉਚਾਰਨ ਕੀਤਾ ਕਿ ਨਿਤ ਉੱਠ ਕੋਰੀ ਗਾਗਰ ਆਨੇ। ਕਬੀਰ ਨਿਤ ਸਵੇਰੇ ਉੱਠ ਕੇ ਇੱਕ ਗਾਗਰ ਪਾਣੀ ਦੀ ਭਰ ਕੇ ਲੈ ਆਉਂਦੇ ਨੇ। ਜਿੱਦਾਂ ਸਾਨੂੰ ਹਦਾਇਤ ਆ ਵੀ ਗੁਰ ਸਤਿਗੁਰੂ ਕਾ ਜੋ ਸਿੱਖ ਆਏ ਸੋ ਭਲ ਕੇ ਉੱਠ ਹਰਿ ਨਾਮ ਤੇ ਆਵੇ। ਗੁਰਸਿੱਖ ਭਲ ਕੇ ਉੱਠ ਕੇ ਅੰਮ੍ਰਿਤ ਵੇਲੇ ਸਰ ਨਵੰਦਾ। ਮਨ ਨੂੰ ਨਵਾਉਣ ਤੋਂ ਪਹਿਲਾਂ ਤਨ ਨੂੰ ਨਵਾ ਲਓ। ਜੇ ਤੁਹਾਡਾ ਤਨ ਨਹੀਂ ਗੰਦਾ ਤੇ ਮਨ ਕਿਵੇਂ ਨਹਾਊਗਾ ਨਾਮ ਦੇ ਰਸ ਵਿੱਚ। ਤੇ ਨਿਤ ਉੱਠ ਕੋਰੀ ਗਾਗਰ ਆਨੇ। ਕਬੀਰ ਸਵੇਰੇ ਉੱਠ ਕੇ ਇੱਕ ਪਾਣੀ ਦਾ ਘੜਾ ਭਰ ਲਿਆਉਂਦਾ। ਲੀਪਤ ਜਿਉ ਗਿਓ, ਨਹਾ ਧੋ ਕੇ ਆ ਲਿਪ ਚਿਪ ਕੇ ਬਹਿ ਜਾਂਦਾ ਆਪਣੇ ਆਪ ਨੂੰ। ਤੇ ਤਾਣਾ ਬਾਣਾ ਕਸੂ ਨਾ ਸੂਝੇ। ਇਹਨੂੰ ਖੱਡੀ ਦਾ ਫਿਕਰ ਨਹੀਂ ਰਿਹਾ, ਇਹਨੂੰ ਕੰਮ ਧੰਦੇ ਦਾ ਫਿਕਰ ਨਹੀਂ ਰਿਹਾ। ਤੇ ਇਹ ਕਰਨ ਕੀ ਲੱਗ ਪਿਆ ਭਗਤ ਕਬੀਰ? ਹਰ ਹਰ ਰਸ ਲਪਟਿਓ। ਇਹ ਹਰੀ ਦੇ ਰਸ ਦੇ ਨਾਲ, ਰੱਬ ਦੇ ਚਰਨਾਂ ਨਾਲ ਉਹ ਰਸ ਨੂੰ ਪੀਣ ਲੱਗ ਪਿਆ ਤੇ ਬਾਕੀ ਧੰਦਾ ਸਾਡਾ ਛੱਡ ਕੇ ਬਹਿ ਗਿਆ। ਇਹ ਕਬੀਰ ਦਾ ਜ਼ਿਕਰ ਆਪਾਂ ਪਿਛਲੇ ਸਮੇਂ ਦੇ ਦੌਰਾਨ ਕੀਤਾ ਸੀ। ਅੱਜ ਸਾਡਾ ਵਿਸ਼ਾ ਵਾ ਵੀ ਉਹ ਜਲ ਮਿਲੂਗਾ ਕਿੱਦਾਂ, ਉਹ ਅੰਮ੍ਰਿਤ ਮਿਲੂਗਾ ਕਿੱਦਾਂ। ਕਿਉਂਕਿ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ ਕਿ ਜਿਸ ਜਲ ਨਿਧ ਕਾਰਨ ਤੁਮ ਜਗ ਆਏ। ਐ ਬੰਦੇ, ਤੂੰ ਜਿਸ ਕੰਮ ਵਾਸਤੇ, ਜਿਸ ਜਲ ਨਿਧ ਵਾਸਤੇ ਤੂੰ ਇਸ ਧਰਤੀ ਤੇ ਆਇਆ ਵਾਂ, ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਤੂੰ ਇੱਕ ਜਲ ਪ੍ਰਾਪਤ ਕਰਨ ਵਾਸਤੇ, ਇੱਕ ਅੰਮ੍ਰਿਤ ਜਲ ਪੀਣ ਵਾਸਤੇ ਤੂੰ ਇਸ ਧਰਤੀ ਤੇ ਆਇਆ ਵਾਂ। ਤੇ ਉਹ ਜਲ ਮਿਲਣਾ ਕਿੱਥੋਂ ਆ? ਸੋ ਅੰਮ੍ਰਿਤ ਗੁਰ ਪਾਹੀ ਜੀਓ। ਉਹ ਗੁਰੂ ਦੇ ਕੋਲ ਵਾ। ਜਿਹੜਾ ਸਰੀਰ ਭਾਵੇਂ ਸਾਡਾ ਹੀ ਆ, ਪਰ ਜਿਹੜਾ ਸਰੀਰ ਦੇ ਅੰਦਰ ਰੱਬ ਨੇ ਨਾਮ ਰੱਖਿਆ ਨਾ, ਉਹ ਸਾਡਾ ਨਹੀਂ ਆ। ਉਹਦਾ ਮਾਲਕ ਪਰਮੇਸ਼ਰ ਆ, ਉਹਦਾ ਮਾਲਕ ਗੁਰੂ ਆ। ਜਿਸ ਤਰ੍ਹਾਂ ਗੁਰੂ ਕਾ ਬਚਨ ਆਉਂਦਾ ਕਿ ਰਤਨ ਕੋਠੜੀ ਅੰਮ੍ਰਿਤ ਸੰਪੂਰਨ, ਸਤਿਗੁਰ ਕੇ ਖਜ਼ਾਨੇ। ਉਹ ਖਜ਼ਾਨੇ ਦਾ ਜਿਹੜਾ ਸਾਡੇ ਸਰੀਰ ਅੰਦਰ ਅੰਮ੍ਰਿਤ ਆ, ਉਸ ਖਜ਼ਾਨੇ ਦਾ ਮਾਲਕ ਸਤਿਗੁਰੂ ਆ। ਤੇ ਮਾਲਕ ਤੋਂ ਬਿਨਾ ਉਹ ਮਿਲਣਾ ਨਹੀਂ ਆ।
ਜਿਸ ਜਲ ਨਿਦ ਤੋ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਉਹ ਗੁਰੂ ਕੋ ਆ, ਉਹਨੂੰ ਮਿਲ ਤੇ ਗੁਰੂ ਤੈਨੂੰ ਪਿਆ ਦੂਗਾ, ਅੰਮ੍ਰਿਤ ਦੇ ਦੂਗਾ। ਮੰਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ। ਤੂੰ ਉਸ ਜਲ ਨੂੰ ਪ੍ਰਾਪਤ ਕਰਨ ਵਾਸਤੇ ਭਟਕੀ ਨਾ, ਉਹ ਤੈਨੂੰ ਟਿਕਣਾ ਪੈਣਾ, ਉਹ ਤੈਨੂੰ ਆਪਣੇ ਆਪ ਨੂੰ ਸੰਭਾਲਣਾ ਪੈਣਾ, ਮਨ ਨੂੰ ਇਕਾਗਰ ਕਰਨਾ ਪੈਣਾ, ਤਾਂ ਉਹ ਮਿਲਣਾ। ਜਿਸ ਜਲ ਨਿਦ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਛੋਡੋ ਵੇਖ ਭੇਖ ਚਿਤਰਾਈ, ਦੁਬਦਾ ਏ ਫਲ ਨਾਹੀ ਦਿਓ। ਉਸ ਅੰਮ੍ਰਿਤ ਨੂੰ ਵੱਡਾ ਫਲ ਕਿਹਾ ਜਾਂਦਾ ਹੈ, ਉਹਨੂੰ ਵੱਡਾ ਰਸ ਕਿਹਾ ਜਾਂਦਾ। ਕਿਸੇ ਵਿਦਵਾਨ ਨੇ ਲਿਖਿਆ ਸੀ ਕਿ ਅੰਮ੍ਰਿਤ ਰਸ ਕੇ ਸਮਸਰ ਕੌਣ ਰਸ ਗੁਰਮੁਖ ਚਾਖੀਏ। ਜਿਹੜਾ ਅੰਮ੍ਰਿਤ ਰਸ ਵਾ, ਉਦੋਂ ਵੱਡਾ ਦੁਨੀਆ ਉੱਤੇ ਕੋਈ ਰਸ ਨਹੀਂ ਆ। ਅੰਮ੍ਰਿਤ ਰਸ ਕੇ ਸਮਸਰ ਕੌਣ ਰਸ ਗੁਰਮੁਖ ਚਾਖਈ। ਉਦੋਂ ਵੱਡਾ ਕੋਈ ਰਸ ਨਹੀਂ ਆ, ਉਹ ਗੁਰਮੁਖਾਂ ਦੇ ਕੋਲ ਹੁੰਦਾ, ਗੁਰਮੁਖ ਚੱਖਦੇ ਨੇ। ਤੇ ਅੰਮ੍ਰਿਤ ਔਖਦ ਦੇ ਸਮਸਰ ਕੌਣ ਔਖਦ ਗੁਰਮੁਖ ਖਾਵਈ। ਅੰਮ੍ਰਿਤ ਔਖਦ, ਉਹਨੂੰ ਦਵਾਈ ਵੀ ਕਹਿੰਦੇ ਨੇ, ਉਹਨੂੰ ਰਸ ਵੀ ਕਹਿੰਦੇ ਨੇ। ਉਹ ਜਿਹੜਾ ਸਾਡੇ ਅੰਦਰ ਸਰੀਰ ਦੇ ਅੰਦਰ ਪਰਮੇਸ਼ਰ ਨੇ ਨਾਮ ਜਲ ਰੱਖਿਆ ਹੈ। ਅੰਮ੍ਰਿਤ ਔਖਦ ਕੇ ਸਮਸਰ ਕੌਣ ਔਖਦ ਗੁਰਮੁਖ ਖਾਵਈ। ਉਦੋਂ ਵੱਡੀ ਕੋਈ ਦਵਾਈ ਨਹੀਂ ਹੈ। ਜਿਹੜੀ ਦਵਾਈ ਤੁਹਾਨੂੰ ਅਮਰ ਕਰ ਦੇਵੇ, ਤੁਹਾਨੂੰ ਜੀਵਨ ਮਰਨ ਜੀਵਨ ਤੋਂ ਰਹਿਤ ਕਰ ਦੇ, ਇਦੋਂ ਵੱਡੀ ਦਵਾਈ ਕਿਹੜੀ ਆ ਕੋਈ ਧਰਤੀ ਉੱਤੇ। ਤੇ ਅੰਮ੍ਰਿਤ ਪਦਾਰਥ ਸਮਸਰ ਕੌਣ ਪਦਾਰਥ, ਸੋ ਗੁਰਮੁਖ ਪਾਵਈ। ਅੰਮ੍ਰਿਤ ਪਦਾਰਥ ਤੋਂ ਉੱਪਰ ਕੋਈ ਪਦਾਰਥ ਨਹੀਂ। ਜਿੱਦਾਂ ਉਹਨੇ 4 ਪਦਾਰਥ ਲੈ ਜਗ ਆਇਆ, ਸਿਵ ਸ਼ਕਤੀ ਕਰ ਵਾਸਾ ਪਾਇਆ, ਏਕ ਸਾਰੇ ਤਾਂ ਪਿੜਹਾਰੇ। ਤੇ ਉਹ ਗੁਰੂ ਨਾਨਕ ਸਾਹਿਬ ਕਹਿੰਦੇ, ਜਿਸ ਜਲ ਨਿਦ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਮੈਂ ਕਹਿ ਰਿਹਾ ਸੀ ਜਿਹੜਾ ਉਹ ਅੰਮ੍ਰਿਤ ਦਾ ਖਜ਼ਾਨਾ ਵਾ, ਅੰਮ੍ਰਿਤ ਰਸ ਵਾ, ਉਹ ਸਾਡੇ ਸਰੀਰ ਦੇ ਅੰਦਰ ਵਾ, ਤੇ ਉਹਦਾ ਮਾਲਕ ਗੁਰੂ ਆ। ਰਤਨ ਕੋਠੜੀ ਅੰਮ੍ਰਿਤ ਸੰਪੂਰਨ ਸਤਿਗੁਰ ਕੇ ਖਜ਼ਾਨੇ। ਉਹ ਅੰਮ੍ਰਿਤ ਰਸ ਦੀ ਕੋਠੜੀ ਆ ਨਾ, ਰਾਮ ਨਾਮ ਗੜ ਰਤਨ ਕੋਠੜੀ ਕਰ ਮੰਦਰ, ਗੜ ਮੰਦਰ ਏਕ ਲੁਕਾਨੀ। ਸਤਿਗੁਰ ਮਿਲੇ ਤਾਂ ਖੋਜੀਏ ਮਿਲ, ਜੋਤੀ ਜੋਤ ਸਮਾਨੀ। ਤੇ ਮਾਰ ਕਹਿੰਦੇ ਨੇ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਛੋਡੋ ਵੇਖ ਭੇਖ ਚਤਰਾਈ। ਇੱਕ ਤੇ ਭੇਖ ਛੱਡ ਦਿਓ, ਇੱਕ ਵੇਸ ਛੱਡ ਦਿਓ ਜਿਹੜੇ ਹੀ ਧਰਮ ਦੇ ਕਰਦੇ ਫਿਰਦੇ ਆ। ਤੇ ਦੁਬਦਾ ਇਹ ਫਲ ਨਾਹੀ ਜੀਓ। ਦੁਬਦਾ ਵਿੱਚ ਫਸਿਆ ਹੋਇਆ, ਕਹਿੰਦੇ ਦੁਬਦਾ ਵਿੱਚ ਦੋਏ ਗਏ, ਨਾ ਰਾਮ ਮਿਲਿਆ ਨਾ ਮਾਇਆ ਮਿਲੀ। ਮਰ ਕਹਿੰਦੇ ਦੁਬਦਾ ਨੂੰ ਛੱਡ ਕੇ, ਕਰਮ ਕਾਂਡ ਛੱਡ ਕੇ, ਤੇ ਗੁਰੂ ਦੇ ਸਨਮੁਖ ਹੋ ਜਾ। ਉਸ ਖਜ਼ਾਨੇ ਦਾ ਮਾਲਕ ਗੁਰੂ ਆ। ਰਤਨ ਕੋਠੜੀ ਅੰਮ੍ਰਿਤ ਸੰਪੂਰਨ ਸਤਿਗੁਰ ਕੇ ਖਜ਼ਾਨੇ। ਬਾਕੀ ਸਾਰੀਆਂ ਚੀਜ਼ਾਂ ਤੇ ਸਾਡਾ ਅਧਿਕਾਰ ਹੋ ਸਕਦਾ ਹੈ, ਪਰ ਜਿਹੜਾ ਅੰਮ੍ਰਿਤ ਦਾ ਖਜ਼ਾਨਾ ਹੈ ਨਾ, ਮਨ ਮੱਧੇ ਪ੍ਰਭ ਅਵਗਾਈਆਂ, ਇਹ ਰਸ ਭੋਗਣ ਪਾਤਸ਼ਾਹੀਆਂ, ਉਹਦਾ ਮਾਲਕ ਗੁਰੂ ਆ। ਉਹ ਗੁਰੂ ਜਿਹਨੂੰ ਚਾਹਵੇ ਉਹਨੂੰ ਪਿਆ ਸਕਦਾ ਹੈ। ਲੈਣੇ ਨੂੰ ਪਿਆ ਦਿੱਤਾ ਸੀ, ਉਹਦੀ ਆਪਣੀ ਮਰਜ਼ੀ ਆ। ਤੇ ਮਾਰ ਕਹਿੰਦੇ, ਜਿਸ ਜਲ ਨਿਦ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਅਗਲੀ ਤੁਕਵਾ, ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ। ਜੇ ਤੂੰ ਉਸ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ, ਜੇ ਤੂੰ ਉਸ ਅੰਮ੍ਰਿਤ ਰਸ ਨੂੰ ਪੀਣਾ ਚਾਹੁੰਦਾ ਹੈ, ਜਿੱਦਾਂ ਗੁਰੂ ਅਰਜਨ ਦੇਵ ਕਹਿੰਦੇ, ਹਰ ਰਸ ਪੀਵਤ ਸਦ ਹੀ ਰਾਤਾ, ਆਣ ਰਸਾ ਖਿਨ ਮੇ ਲੈ ਜਾਤਾ। ਬਾਕੀ ਦੁਨੀਆ ਦੇ ਰਸ ਉਹਨਾਂ ਚਿਰ ਨੇ ਜਿੰਨਾ ਚਿਰ ਅਸੀਂ ਰਸ ਨੂੰ ਮਾਣਦੇ ਹਾਂ। ਜ਼ਬਾਨ ਦਾ ਰਸ ਉਹਨਾਂ ਚਿਰ ਆ ਜਿੰਨਾ ਚਿਰ ਮੂੰਹ 'ਚ ਪਦਾਰਥ ਹੈ, ਮੁੜ ਕੇ ਰਸ ਖਤਮ ਉਹ ਜਿਹਾ। ਸਾਦੀ ਜੀਵ ਨ ਰੱਜੀਆ ਕਰ ਭੋਗ ਬਲਾਸੇ,
ਅੱਖੀਂ ਦੇਖ ਨ ਰੱਜੀਆਂ ਬਹੁ ਰੰਗ ਤਮਾਸੇ, ਰੱਜ ਨ ਕੋਈ ਜੀਵਿਆ ਕੂੜੇ ਪ੍ਰਵਾਸੇ। ਦੁਨੀਆ ਦੇ ਰਸ ਉਹਨਾਂ ਚਿਰ ਨੇ ਜਿੰਨਾ ਚਿਰ ਤੁਸੀਂ ਭੋਗਦੇ ਹੋ, ਮਹਾਰਾਜ ਕਹਿੰਦੇ ਆ। ਪਰ ਇਹ ਜਿਹੜਾ ਰਸ ਵਾ ਨਾ, ਇਹ ਭੋਗਣ ਤੋਂ, ਇਹ ਹਰ ਨਾਮ ਹਰ ਰਸ ਭੋਗੋ, ਇੱਕ ਭੋਗ ਵਾ, ਬਹੁਤ ਵੱਡੀ ਚੀਜ਼ ਵਾ। ਅੱਗੇ ਮੈਂ ਕਹਿ ਰਿਹਾ ਸੀ ਕਿ ਜਿਹੜਾ ਨਾਮ ਆ ਨਾ ਭਾਈ, ਇਹ ਕੋਈ ਕਲਪਨਾ ਨਹੀਂ ਹੈ। ਜਿਹੜਾ ਕਹਿੰਦੇ ਵਾਹਿਗੁਰੂ, ਰਾਮ, ਅੱਲਾ, ਖੁਦਾ, ਇਹ ਕੋਈ ਰੱਬ ਦਾ ਨਾਮ ਨਹੀਂ ਆ। ਇੱਥੇ ਦੁਨੀਆ ਫਸੀ ਹੋਈ ਆ ਵੀ ਇੱਕ ਕਹਿੰਦਾ ਵਾਹਿਗੁਰੂ, ਦੂਜਾ ਕਹਿੰਦਾ ਰਾਮ। ਵਾਹਿਗੁਰੂ ਉਹਦਾ ਨਾਮ ਨਹੀਂ ਹੈ, ਰਾਮ ਉਹਦਾ ਨਾਮ ਨਹੀਂ ਹੈ, ਅੱਲਾ ਉਹਦਾ ਨਾਂ ਨਹੀਂ ਹੈ, ਇਹ ਨਾਮ ਨਹੀਂ ਹੈ। ਇੱਥੇ ਦੁਨੀਆ ਫਸ ਗਈ। ਅੱਲਾ ਈਸ਼ਵਰ ਤੇਰੋ ਨਾਮ, ਇਹ ਨਾਮ ਨਹੀਂ ਆ। ਫਿਰ ਮੈਂ ਕਹਿ ਦਿਆਂ ਇਹ ਮੰਤਰ ਨੇ, ਤੇ ਲੋਕੀ ਮੰਤਰਾਂ 'ਚ ਹੀ ਫਸੇ ਹੋਏ ਨੇ। ਭਾਈ ਗੁਰਦਾਸ ਜੀ ਨੇ ਇੱਕ ਗੱਲ ਲਿਖੀ ਹੈ, ਉਹ ਕਹਿੰਦੇ ਨੇ ਵਾਹਿਗੁਰੂ ਗੁਰ ਮੰਤਰ ਹੈ, ਇਹ ਨਾਮ ਨਹੀਂ ਹੈ ਵਾਹਿਗੁਰੂ। ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅਸੀਂ ਪੜ੍ਹਦੇ ਹਾਂ ਜਾਪ ਸਾਹਿਬ, ਕਹਿੰਦੇ ਨੇ ਅਨਾਮ ਹੈ ਅਠਾਮ ਹੈ, ਉਹਦਾ ਨਾਮ ਕੋਈ ਨਹੀਂ ਹੈ। ਮੈਂ ਕੱਲ ਵੀ ਕਿਹਾ ਸੀ, ਪਰਸੋਂ ਜਿੱਦਣ ਮੈਂ ਕਥਾ ਕੀਤੀ ਸੀ, ਵੀ ਲੋਕੀ ਕਹਿੰਦੇ ਵੀ ਅਸੀਂ ਨਾਮ ਲਿਆ, ਉਹ ਨਾਮ ਨਹੀਂ ਭਾਈ ਕਿਤੇ ਉਹ ਮਿਲਦਾ। ਇਹ ਤੇ ਮੰਤਰ ਵਾ। ਜਿੱਦਾਂ ਰਾਧਾ ਸਵਾਮੀ 5 ਸ਼ਬਦ ਦਿੰਦੇ ਨੇ ਤੇ 5 ਪਿਆਰੇ ਸਾਨੂੰ ਮੂਲ ਮੰਤਰ ਦਿੰਦੇ ਨੇ, ਇਹ ਨਾਮ ਨਹੀਂ ਆ, ਇਹ ਮੰਤਰ ਵਾ। ਵਾਹਿਗੁਰੂ ਗੁਰ ਮੰਤਰ ਹੈ, ਇਹ ਨਾਮ ਥੋੜਾ ਵਾ। ਜੇ ਮਨ ਕਬੀਰ ਸਾਹਿਬ ਨੇ ਜੋਤ ਮੰਤਰ ਮਨ ਅਸਥਰ ਕਰੇ, ਕੋ ਕਬੀਰ ਸੋ ਪ੍ਰਾਣੀ ਤਰੇ। ਇਸ ਮੰਤਰ ਦੁਆਰਾ ਜਿਹੜਾ ਸੀ ਵਾਹਿਗੁਰੂ, ਰਾਮ, ਅੱਲਾ, ਕੁਛ ਵੀ ਜੋ ਵੀ ਆ, ਇਸ ਮੰਤਰ ਦੁਆਰਾ ਅਸੀਂ ਮਨ ਨੂੰ ਇਕਾਗਰ ਕਰਨਾ ਹੈ। ਇਹ ਰੱਬ ਦਾ ਨਾਮ ਨਹੀਂ ਆ। ਅੱਲਾ ਈਸ਼ਵਰ ਤੇਰੋ ਨਾਮ ਸਭ ਕੋ ਸਮਤੀ ਦੇ ਭਗਵਾਨ, ਜਿੱਦਾਂ ਕਈ ਪੜ੍ਹਦੇ ਹੁੰਦੇ ਆ। ਨਾ 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 ਨਾ, ਮਾਰ ਕਹਿੰਦੇ ਜੇ ਤੂੰ ਉਸ ਨੂੰ ਪ੍ਰਾਪਤ ਕਰਨਾ ਚਾਹੁੰਦਾ ਜਿਹੜਾ ਅਨਾਮ ਵਾ, ਜਿਹਦਾ ਕੋਈ ਨਾਮ ਨਹੀਂ ਹੈ, ਜੇ ਉਸ ਨੂੰ ਤੂੰ ਪ੍ਰਾਪਤ ਕਰਨਾ ਚਾਹੁੰਦਾ ਤੇ ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ ਨਾ ਭਟਕ। ਉਹ ਤੈਨੂੰ ਪਹਾੜਾਂ ਤੋਂ ਨਹੀਂ ਮਿਲਣਾ, ਉਹ ਤੈਨੂੰ ਤੀਰਥਾਂ ਤੋਂ ਨਹੀਂ ਮਿਲਣਾ। ਤੂੰ ਭਟਕ ਨਾ, ਤੂੰ ਰੁਕ ਜਾ, ਤੂੰ ਆਪਣੇ ਆਪ ਨੂੰ ਟਿਕਾ। ਤੇ ਜਦੋਂ ਤੂੰ ਟਿਕਾ ਲੇਗਾ ਨਾ, ਮਹਾਰਾਜ ਕਹਿੰਦੇ ਆਪਣੇ ਆਪ ਨੂੰ, ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ, ਬਾਹਰ ਢੂੰਡਤ ਬਹੁ ਦੁਖ ਪਾਵਤ, ਘਰ ਅੰਮ੍ਰਿਤ ਕਟ ਮਾਹੀ ਜੀਓ। ਤੂੰ ਬਾਹਰ ਖੋਜੇਗਾ, ਤੂੰ ਗੁਰੂ ਨੂੰ ਬਾਹਰੋਂ ਲੱਭੇਗਾ, ਤੂੰ ਪਰਮਾਤਮਾ ਨੂੰ ਬਾਹਰੋਂ ਲੱਭੇਗਾ, ਮਰ ਕੇ ਦੁੱਖ ਪਾਵੇਂਗਾ। ਦੇਖੋ ਸਿੱਧੀ ਜੀ ਗੱਲ ਹੈ। ਗੁਰੂ ਅੰਗਦ ਸਾਹਿਬ ਅੰਦਰੋਂ ਲੱਭਦੇ ਨੇ ਬੈਠ ਕੇ ਖਡੂਰ ਸਾਹਿਬ, ਤੇ ਕਹਿ ਦਿੰਦੇ ਨੇ ਸਾਡਾ ਬੂਹਾ ਨਹੀਂ ਖੋਲ੍ਹਣਾ। ਗੁਰੂ ਤੇਗ ਬਹਾਦਰ ਜੀ ਅੰਦਰੋਂ ਲੱਭਦੇ ਨੇ ਤੇ ਅਸੀਂ ਬਾਹਰੋਂ ਲੱਭਦੇ ਫਿਰਦੇ ਹਾਂ। ਸਾਡੇ ਗੁਰੂਆਂ ਨੇ ਸਾਨੂੰ ਸਿਖਾਇਆ ਵੀ ਅੰਦਰੋਂ ਲੱਭੋ, ਤੇ ਗੁਰੂਆਂ ਨੇ ਖੁਦ ਅੰਦਰੋਂ ਲੱਭਿਆ। ਗੁਰੂ ਨਾਨਕ ਸਾਹਿਬ ਅੰਮ੍ਰਿਤ ਵੇਲੇ ਧਿਆਨ ਵਿੱਚ ਬਹਿੰਦੇ ਹੁੰਦੇ ਸਨ। ਅੱਜ ਅਸੀਂ ਧਿਆਨ ਵਿੱਚ ਨਹੀਂ ਬਹਿੰਦੇ। ਜਿੱਦਾਂ ਨਾ ਸੁਣਿਆ ਲਾਗੇ ਸਹਿਜ ਧਿਆਨ, ਪੰਚਾਂ ਕਾ ਗੁਰ ਏਕ ਧਿਆਨ। ਜਿਹੜਾ ਮੰਤਰ ਦੁਆਰਾ ਧਿਆਨ ਨੂੰ ਸਾਧਨਾ ਵਾ, ਤੇ ਜਦੋਂ ਧਿਆਨ ਸਾਧਿਆ ਗਿਆ, ਧਿਆਨ ਟਿਕ ਗਿਆ, ਚਿੱਤ ਇਕਾਗਰ ਹੋ ਗਿਆ, ਜਿਹਨੂੰ ਕਹਿੰਦੇ ਸਾਵਧਾਨ ਇਕਾਗਰ ਚੀਤ। ਆਪਣੇ ਪ੍ਰਭ ਸੋ ਹੋਵੋ ਸਾਵਧਾਨ, ਤਾਂ ਤੂੰ ਪਾਵੇ ਦਰਗੇ ਮਾਨ। ਜਦੋਂ ਤੂੰ ਸਾਵਧਾਨ ਹੋ ਗਿਆ, ਤੇਰਾ ਚਿੱਤ ਇਕਾਗਰ ਹੋ ਗਿਆ, ਤੇ ਬਾਹਰ ਢੂੰਡਤ ਬਹੁ ਦੁੱਖ ਪਾਵਤ, ਘਰ ਅੰਮ੍ਰਿਤ ਘਟ ਮਾਹੀ ਜੀਓ। ਉਹ ਤੇਰੇ ਘਟ ਵਿੱਚ ਵਾ, ਉਹ ਤੇਰੇ ਸਰੀਰ ਵਿੱਚ ਵਾ, ਤੇ ਤੂੰ ਲੱਭਦਾ ਫਿਰਦਾ ਤੀਰਥਾਂ ਤੋਂ, ਤੂੰ ਲੱਭਦਾ ਫਿਰਦਾ ਪਹਾੜਾਂ ਤੋਂ। ਇੱਦਾਂ ਤੇ ਗੱਲ ਬਣਦੀ ਨਹੀਂ ਗਾ। ਬਾਹਰ ਢੂੰਡਤ ਬਹੁ ਦੁੱਖ ਪਾਵਤ, ਉਹ ਤੇ ਦੁੱਖ ਮਿਲੇਗਾ, ਉਹ ਨਹੀਂ ਮਿਲੇਗਾ ਜੋ ਹੈ, ਉਹ ਨਹੀਂ ਮਿਲੇਗਾ। ਹੁਣ ਜੋ ਸਾਡੇ ਘਟ ਵਿੱਚ ਵਾ, ਤੇ ਮਿਲਦਾ ਕਿਉਂ ਨਹੀਂ ਗਾ? ਕਿਉਂਕਿ ਇਹਦੇ ਬਾਰੇ ਗੁਰੂ ਕੀ ਬਾਣੀ ਦਾ ਇੱਕ ਬਚਨ ਆਉਂਦਾ, ਵੀ ਮੈਂ ਪਹਿਲਾਂ ਇਹਦੀ ਵਿਆਖਿਆ ਕਰ ਲਾਂ ਕਿ
हर रस पीवत सद ही राता, आन रसा खिन में लह जाता। हर रस माते मन सदा आनंद। मैं कह रहा सी दुनिया दे उन्ना चिर रस ने जिन्ना चिर कोई भोगदा है। अखां राही को रूप नूं दिखदा है, जिन्ना चिर रूप दिखदा है उन्ना चिर स्वाद है रूप दा। जिन्ना चिर कोई जुबान राही भोगदा है, रस माणदा है, उन्ना चिर स्वाद है, मुड़ के कख नहीं है। पर ये जिहड़ा रस वा ना, जदों आ जांदा, जदों अंदर प्रगट हो जांदा, जिहनूं कहंदे गुप्त नाम प्रगाजा, मुड़ के ये सदा ही रहिंदा है। जे घट पाओ जाए तो भाओ ना जासी। आन रसा में व्यापे चिंद, हार रस पीवे अल मस्त मतवारा। ये जिहड़ा रस वा ना भाई, जिहड़ा पी लैंदा वो मस्त हो जाता, उन्होंने कहते मस्ताना फकीर हो गया। जिन्होंने कहते ने गुरु नानक साहब कहते ने, एक चीज़ मुझे दे। मैं कह रहा सी नाम कोई कल्पना नहीं है, नाम कोई 4 अखरां च लिखिया होया वाहिगुरु नहीं है, नाम कोई राम नहीं है, ये नाम नहीं है, ये मंत्र ने। ते मार कहते ने कि एक चीज़ मुझे देह। नाम जिहड़ा एक चीज़ वा, एक वस्तु आ, एक हस्ती आ, वो कल्पना नहीं है, वो कोई अखर नहीं है। जिदा कबीर साहब ने कहा कि ओंकार आद मैं जाना, लिख यार मेटे ताही ना माना। मैं उस ओंकार नूं जानदा, ओंकार लिखण च नहीं आउंदा, ना वो लिखिया जा सकदा ते ना वो मिटिया जा सकदा, मिटिया जा सकदा। ओंकार आद मैं जाना, लिख यार मेटे ताहे ना माना। मैं कह रहा सी कि मार कहंदे ने, मन कमीन कम तरीन तू दरियाओ खुदाया, एक चीज़ मुझे देह। नाम एक वस्तु आ, एक वस्तु का नाम नाम है। जिदा कबीर साहब ने कहा कि कबीर गुरदीनी बस्त कबीर को, ये वस्तु आ। नाम तो कितों मर्जी ले लो, आ ग्रंथां च नाम ही लिखे ने, जिथों मर्जी पढ़ लो, वाहिगुरु वाहिगुरु राम राम अल्लाह अल्लाह, जिथों मर्जी पढ़ लो। ये तो हर थां तो मिल जूगा, पर जिहड़ी चीज़ वा वो गुरु को मिलनी है, वो पढ़िया नहीं मिलनी, वो लिखिया नहीं मिलनी। गुरदीनी बस्त कबीर को, लेवो बस्त समार, कबीर दीनी संसार को। मैं देन की कोशिश की लोकां नूं, लोकां ने मेरे को लई नहीं है। लीनी जिस मस्तक भाग, क्यों ये वास्ते मुल देना पैंदा है, ये वास्ते आपा वारना पैंदा है, सस्ता नहीं मिलता। जिस तरह कबीर राम पदार्थ पाए के कबीरा गांठ ना खोल। कहंदा मैनू तो मिल गया, पर मैं हुण गांह किसी नूं वेचना नहीं गा, दसना नहीं गा भी की गल आ। जदों तुहानूं मिल गया तो हुण इहनूं वंडो। कहंदे कित्थे वंडीए। राम पदार्थ पाए के कबीरा गांठ ना खोल, नहीं पट्टन। कोई शहर नहीं गा जिथे तुसीं चीज़ां वेच सको नाम, वो शहर ही नहीं बनिया। ये जिहड़ी हुण मोदी ने कोझी चाल चली आ किसानां नूं मारन वास्ते, इन्हें पहलों अडानियां दे गोदाम बना दिते जिथे उन्होंने पदार्थ इकट्ठे करने ने। ये पिछले 4 साल तो मोदी एक कोझी चाल चल रहा है। अबानियां नूं ने जमीन भी दे दी आ, उत्थे वड्डे वड्डे गोदाम भी बना दिते ने, उत्थे सीधियां रेलवे दीयां लाइनां भी विछा दित्तियां ने। तां हुण अड़िया कि मैं ये बिल वापस नहीं करने, क्योंकि उन्हें तो प्रबंध पहलों अबानियां ने कर छड्डिया। जिथे कौडियां दे भाव जट्टां दा झोना लेके उन्हें रखना, वो तो पहले ही प्रबंध किए हुए ने। तां वो बदमाश अड़िया हुण ਉਹਦੇ ਪਿੱਛੇ ਸਰਮਾਏਦਾਰ ਤੇ ਗੁੰਡਾ ਪਾਰਟੀ ਖੜੀ ਹੋਈ ਹੈ। ਵੇਖੋ ਹੁਣ ਕੀ ਬਣਦਾ। ਉਹ ਕਬੀਰ ਸਿੰਘ ਨੇ ਰਾਮ ਪਦਾਰਥ ਪਾਏ ਕਿ ਕਬੀਰਾ ਗਾਂਠ ਨਾ ਖੋਲ, ਨਹੀਂ ਪੱਟਣ ਨਹੀਂ ਪਾਰਖੂ, ਨਹੀਂ ਗਾਹਕ ਨਹੀਂ ਮੋਲ। ਇਹ ਜਿਹੜਾ ਵਾ ਇਹ ਬੜਾ ਮਹਿੰਗਾ ਮਿਲਦਾ ਨਾਮ। ਅਸੀਂ ਕੀ ਕਰਦੇ ਹਾਂ, ਭਰੀ ਟਰਾਲੀ ਭੜਿਆ ਟਰੱਕ ਤੇ ਬਾਬੇ ਦੇ ਡੇਰੇ ਜੀ ਨਾਮ ਦਾਮ ਲੈ ਆ ਜੀ, ਨਾਮਦਾਨ 5 ਸ਼ਬਦ ਲੈ ਆ ਜੀ। ਲਓ ਉਹ ਭਲੇ ਉਹ ਮਾਨਸੋ ਕੋਈ ਅੱਖਰਾਂ ਦਾ ਅੱਖਰ ਵੀ ਕੋਈ ਨਾਮ ਹੁੰਦਾ ਹੈ।
ਕੋਈ ਬਾਬੇ ਵੀ ਨਾਮ ਦੇ ਸਕਦੇ ਆ, ਉਹ ਤਾਂ ਰੱਬ ਉਹ ਨਾਮ ਦਾ ਮਾਲਕ ਹੈ, ਤੇ ਸਾਡੇ ਸਰੀਰ ਅੰਦਰ ਰੱਖਿਆ। ਨੌਨੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੇ ਇਸਕਾ ਵਿਸਰਾਮ, ਉਹ ਤੇ ਤੁਹਾਡੇ ਸਰੀਰ ਵਿੱਚ ਰੱਖਿਆ, ਤੇ ਤੁਸੀਂ ਬਾਬਿਆਂ ਦੇ ਡੇਰਿਆਂ ਤੋਂ ਲੱਭਦੇ ਫਿਰਦੇ ਹੋ। ਮੈਂ ਉਧਰ ਕੱਲ ਵੀ ਕਿਹਾ ਸੀ, ਉਹ 5 ਸ਼ਬਦ ਤਾਂ ਹੀ ਦਿੰਦੇ ਨੇ ਬਿਆਸਾ ਵਾਲੇ, ਉਹਨਾਂ ਨੇ 500 ਕਿੱਲੇ ਦੇ ਪਲਾਟ ਬਣਾਏ ਨੇ। 500 ਕਿੱਲਾ ਕਮਾਦ ਗੋਡਣਾ ਕਿੰਨਾ ਆਉਨੇ ਆ? ਜੇ 5 ਸ਼ਬਦ ਨਾ ਦੇਣਗੇ ਤੇ ਉਹਨਾਂ ਦਾ 500 ਕਿੱਲਾ ਉਹਨਾਂ ਕਮਾਦ ਲਾਇਆ, ਉਹ ਕੌਣ ਗੋਡੂ? ਇਹਨਾਂ ਕੋ ਗਡਾਉਣਾ ਜਿਹਨੂੰ 5 ਸ਼ਬਦ ਦੇਣੇ ਆ। ਫਿਰ ਵੱਡੀ ਗੱਲ ਆ ਵੀ ਚੋਰਾਂ ਦਾ ਆਪਣਾ ਕੁਛ ਨਹੀਂ ਹੁੰਦਾ। ਉਹ ਜਿਹੜੇ 5 ਸ਼ਬਦ ਨੇ ਉਹ ਵੀ ਕਬੀਰ ਦੀ ਬਾਣੀ ਚੋਂ ਲਏ ਹੋਏ ਨੇ, ਆਪਣਾ ਕੁਛ ਨਹੀਂ। ਚੋਰਾਂ ਦੇ ਘਰ ਜਿਹੜਾ ਸਮਾਨ ਪਿਆ ਹੁੰਦਾ ਨਾ ਭਾਈ, ਚੋਰਾਂ ਦਾ ਨਹੀਂ ਹੁੰਦਾ, ਉਹ ਦੂਜਿਆਂ ਦਾ ਹੁੰਦਾ ਜਿੱਥੋਂ ਚੋਰੀ ਕੀਤਾ। ਉਹ 5 ਸ਼ਬਦ ਕਬੀਰ ਦੇ ਨੇ, ਬੀਜਕ ਨਾਮ ਗ੍ਰੰਥ ਵਾ ਇੱਕ ਕਬੀਰ ਦਾ, ਉਹ ਤੋਂ ਲਏ ਹੋਏ ਨੇ। ਉਹ ਕਿਹੜੇ ਨੇ? ਜੋਤ, ਨਿਰੰਜਨ, ਰਾਰੰਗ, ਸੋਹੰ, ਸਤਨਾਮ, ਆਹ 5 ਸ਼ਬਦ ਆ। ਤੇ ਉਹ 5 ਸ਼ਬਦ ਵੀ ਕਬੀਰ ਦੇ ਆ। ਉਹੀ ਦੇ ਦੇ ਕੇ ਲੋਕਾਂ ਨੂੰ ਆਪਣੇ ਕਮਾਦ ਗੁਡਾਈ ਜਾਂਦੇ ਨੇ ਉਹ ਵਪਾਰੀ ਲੋਕ। ਨਾ ਨਾ ਨਾ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ, ਉਹ ਤੇਰੇ ਸਰੀਰ ਵਿੱਚ ਵਾ, ਸਰੀਰ ਤੋਂ ਬਾਹਰ ਤੈਨੂੰ ਨਹੀਂ ਕੁਛ ਮਿਲਣਾ। ਤੇ ਮਾਰ ਕਹਿੰਦੇ ਹਰ ਰਸ ਪੀਵੇ ਅਲ ਮਸਤ ਮਤਵਾਰਾ, ਆਣ ਰਸਾ ਸਭ ਹੋਸ਼ੇਰੇ, ਹਰ ਰਸ ਕੀ ਕੀਮਤ ਕਹੀ ਨਾ ਜਾਏ। ਕੋਈ ਬੰਦਾ ਆਖੇ ਸ਼ਰਾਬ ਦੀ ਬੋਤਲ ਇੰਨੇ ਦੀ ਮਿਲਦੀ ਆ, ਕੋਈ ਹੋਰ ਠੰਡੇ ਦੀ ਬੋਤਲ ਇੰਨੇ ਦੀ ਮਿਲਦੀ। ਦੁਨੀਆ ਤੇ ਬੜੇ ਰਸ ਮਿਲਦੇ ਨੇ ਜਿਹੜਾ ਤੁਸੀਂ ਪੈਸਾ ਦੇ ਕੇ ਰਸ ਲੈ ਸਕਦੇ ਹੋ, ਪਰ ਰੱਬ ਦਾ ਰਸ ਜਿਹੜਾ ਹੈ ਨਾ ਉਹ ਕੀਮਤ ਨਾਲ ਨਹੀਂ ਮਿਲਦਾ। ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਜਿੰਨਾ ਭਾਗ ਮਥਾਏ ਸੇ ਨਾਨਕ ਹਰ ਰੰਗ ਮਾਣ ਦੋ। ਦੁਨੀਆ ਦੇ ਰਸ ਪੈਸਿਆਂ ਨਾਲ ਖਰੀਦੇ ਜਾਂਦੇ ਨੇ, ਪਰ ਰੱਬ ਦਾ ਰਸ ਜਿਹੜਾ, ਨਾਮ ਦਾ ਰਸ ਜਿਹੜਾ ਹੈ, ਮਾਰਾ ਕਹਿੰਦੇ ਨੇ ਹਰ ਰਸ ਕੀ ਕੀਮਤ ਕਹੀ ਨਾ ਜਾਏ, ਉਹਦੀ ਕੀਮਤ ਅਦਾ ਹੀ ਨਹੀਂ ਕੀਤੀ ਜਾ ਸਕਦੀ, ਉਹਦੀ ਕੀਮਤ ਕੋਈ ਦੇ ਹੀ ਨਹੀਂ ਸਕਦਾ। ਉਹ ਮਿਲਦਾ ਕਿੱਥੋਂ ਆ ਫਿਰ? ਹਰ ਰਸ ਸਾਧੂ ਹਟ ਸਮਾਏ, ਉਹ ਸਾਧੂਆਂ ਦੇ ਕੋਲ ਹੁੰਦਾ ਹੈ, ਉਹ ਸੰਗਤ ਵਿੱਚ ਹੁੰਦਾ ਹੈ ਨਾਮ। ਹਰ ਰਸ ਕੀ ਕੀਮਤ ਕਹੀ ਨਾ ਜਾਏ, ਹਰ ਰਸ ਸਾਧੂ ਹਾਟ ਸਮਾਏ, ਲੱਖ ਕਰੋੜੀ ਮਿਲੇ ਨਾ ਕੇ। ਉਹ ਕਰੋੜ ਰੁਪਈਆ ਵੀ ਕੋਈ ਦੇ ਦੇ ਤਾਂ ਵੀ ਨਹੀਂ ਮਿਲਦਾ। ਜਿਸੇ ਪ੍ਰਾਪਤ ਤੁਸੀਂ ਦਿਓ, ਕਿਸੇ ਵਿਰਲੇ ਨੂੰ ਮਿਲਦਾ ਹੈ। ਆਪਾਂ ਵਿਸ਼ੇ ਤੇ ਆਈਏ। ਮਹਾਰਾਜ ਕਹਿੰਦੇ ਜਿਸ ਜਲ ਨਿਧ ਕਾਰਨ ਤੁਮ ਜਲ ਅਜਗ ਆਏ, ਸੋ ਅੰਮ੍ਰਿਤ ਗੁਰ ਪਾਈ ਜੀਓ, ਛੋਡੋ ਵੇਖ ਪੇਖ ਚਿਤਰਾਈ, ਦੁਬਦਾ ਏ ਫਲ ਨਾਈ ਜੀਓ। ਮੰਦ ਰੇ ਥਿਰ ਰਹੋ, ਅੱਗੇ ਬਚਨ ਸੀ ਪੇ ਬਾਰ ਢੂੰਡਤ ਬਹੁ ਦੁਖ ਪਾਵਤ, ਕਰ ਅੰਮ੍ਰਿਤ ਕਠ ਮਾਹੀ ਜੀਓ। ਜੀ ਕਹਿ ਰਿਹਾ ਸੀ, ਮੈਂ ਕਹਿ ਰਿਹਾ ਸੀ ਇਹ ਸਾਡੇ ਅੰਦਰ ਵਾ, ਬਾਹਰ ਨਹੀਂ ਹੈ। ਗੁਰੂ ਤੇਗ ਬਹਾਦਰ ਨੇ ਆਖਿਆ ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅੱਲੋ ਇਲੇਪਾ, ਤੋਹੀ ਸੰਗ ਸਮਾਈ। ਜੇ ਗੁਰੂਆਂ ਨੇ ਅੰਦਰ ਬੈਠ ਕੇ ਉਹਨੂੰ ਖੋਜਿਆ ਤੇ ਅਸੀਂ ਬਾਹਰੋਂ ਕਿੱਥੋਂ ਲੱਭ ਲਾਂਗੇ ਭਾਈ? ਸਾਨੂੰ ਵੀ ਉੱਥੋਂ ਖੋਜਣਾ ਪੈਣਾ ਜਿੱਥੋਂ ਗੁਰੂਆਂ ਨੇ ਖੋਜਿਆ। ਜੇ ਹੁਣ ਸਾਡੇ ਅੰਦਰ ਵਾ ਉਹ ਰਸ, ਤੇ ਫਿਰ ਮਿਲਦਾ ਕਿਉਂ ਨਹੀਂ ਗਾ? ਵੇਖੋ ਸਾਡਾ ਸਰੀਰ ਵਾ ਜਿਹਦੇ ਵਿੱਚ ਉਹ ਰੱਬੀ ਰਸ ਵਾ, ਨਾਮ ਦਾ ਰਸ ਵਾ, ਮਿਲਦਾ ਕਿਉਂ ਨਹੀਂ? ਇਹਦਾ ਕਾਰਨ ਮਾਰ ਨੇ ਦੱਸਿਆ ਭਾਈ। ਇੱਕ ਤੇ ਮਿਲਦਾ ਕਿਉਂ ਨਹੀਂ, ਤੇ ਜੇ ਮਿਲੇ ਤੇ ਕਿਵੇਂ ਮਿਲਦਾ ਹੈ? ਮਿਲਦਾ ਇਸ ਕਰਕੇ ਨਹੀਂ, ਮਾਰ ਨੇ ਆਖਿਆ, ਬਚਨ ਕੀਤਾ ਬਾਣੀ 'ਚ, ਬਿਖ ਮਥਾਨ ਬਹੁਤ ਬਹੁਤ ਧਰਿਆ, ਅਨਕ ਰਾਖ ਸੂਰੂਟਾ। ਜਿਹੜਾ ਉਹ ਨਾਮ ਜਲ ਵਾ ਨਾ, ਉਹ ਸਾਡੇ ਸਰੀਰ ਦੇ ਅੰਦਰ ਬੜੇ ਔਖੇ ਜਗ੍ਹਾ ਤੇ ਰੱਖਿਆ ਹੋਇਆ ਵਾ। ਬਿਖ ਮਥਾਨ ਬਹੁਤ ਬਹੁਤ ਕਰਿਆ, ਅਨਖ ਰਾਖ ਸਰੂਟਾ, ਉਹਦੇ ਰਾਖੇ ਬੜੇ ਨੇ ਰੱਖੇ। ਦੇਖੋ ਜਿਹੜੇ ਕੀਮਤੀ ਚੀਜ਼ ਆ ਨਾ, ਹੁਣ ਸੁਨਿਆਰੇ ਦੀ ਦੁਕਾਨ ਵਾ, ਉੱਥੇ ਬਾਡੀ ਗਾਰਡ ਬੈਠਾ ਹੁੰਦਾ ਦਿਨੇ, ਰਾਤ ਨੂੰ ਵੱਡੇ ਵੱਡੇ ਜਿੰਦਰੇ ਲਾ ਕੇ ਜਾਂਦੇ ਨੇ। ਤੇ ਜਿੱਥੇ ਤੂੜੀ ਵਿਕਦੀ ਹੋਵੇ, ਪੱਠੇ ਵਿਕਦੇ ਹੋਣ, ਉੱਥੇ ਕੋਈ ਹੁੰਦਾ ਕੋਈ ਬਾਡੀ ਗਾਰਡ? ਜਿੱਥੇ ਜਿੰਨੀ ਕੀਮਤੀ ਚੀਜ਼ ਹੋਊਗੀ ਨਾ, ਉੱਥੇ ਓਡਾ ਹੀ ਵੱਡਾ ਉੱਥੋਂ ਦੀ ਪਹਿਰੇਦਾਰੀ ਹੋਊਗੀ, ਲੌਕ ਸਿਸਟਮ ਹੋਏਗਾ। ਤੇ ਜੇ ਉਹ ਅੰਮ੍ਰਿਤ ਜਲ ਏਡਾ ਕੀਮਤੀ ਆ ਤੇ ਸਾਨੂੰ ਮਿਲਦਾ ਕਿਉਂ ਨਹੀਂ? ਉਹਦਾ ਕਾਰਨ ਆ ਕਿ ਉਹਦੇ ਰਾਖੇ ਬੜੇ ਰੱਖੇ ਨੇ, ਤੇ ਉੱਥੋਂ ਤੱਕ ਸਾਡੀ ਪਹੁੰਚ ਨਹੀਂ ਆ। ਬਿਖ ਮਥਾਨ ਬਹੁਤ ਬਹੁਤ ਧਰਿਆ, ਅਨਕ ਰਾਖ ਸਰੂਟਾ, ਉਹਦੇ ਰਾਖੇ ਬੜੇ ਨੇ। ਉਹ ਰਾਖੇ ਕਿਹੜੇ ਨੇ?
ਕ੍ਰੋਧ, ਲੋਭ, ਮੋਹ, ਹੰਕਾਰ, ਵਾਸ਼ਨਾਵਾਂ, ਈਰਖਾ, ਸਾੜਾ, ਦਵੈਸ਼, ਇਹ ਉਸ ਅੰਮ੍ਰਿਤ ਜਲ ਅੰਮ੍ਰਿਤ ਕੁੰਠ ਦੇ ਰਾਖੇ ਨੇ। ਇਹ ਸਾਨੂੰ ਉੱਧਰ ਜਾਣ ਨਹੀਂ ਦਿੰਦੇ। ਜਦੋਂ ਗੁਟਕਾ ਫੜ ਲਓ, ਰੱਬ ਰੱਬ ਕਰ ਲਓ, ਬਹਿ ਜਾਓ, ਉਸੇ ਵੇਲੇ ਮਨ ਫੁਰਨਿਆਂ 'ਚ ਰੁੜ ਜਾਂਦਾ। ਉਸੇ ਵੇਲੇ ਵੈਰੀ ਯਾਦ ਆਉਣੇ ਸ਼ੁਰੂ ਹੋ ਜਾਂਦੇ, ਉਸ ਵੇਲੇ ਮਿੱਤਰ ਯਾਦ ਆਉਂਦੇ। ਕਹਿੰਦੇ ਬਿਖ ਮੰਗਾਰ ਘਰ ਪਹੁੰਚੇ ਨਹੀਂ, ਸੰਤ ਸਾਥਨ ਪੈ ਲੂਟਾ। ਬੰਦਾ ਆਪਣੀ ਪਹੁੰਚ ਨਾਲ ਨਹੀਂ ਉੱਥੇ ਜਾ ਸਕਦਾ, ਜੇ ਗੁਰੂ ਕਿਰਪਾ ਕਰੇ, ਗੁਰੂ ਰਹਿਮਤ ਕਰੇ, ਫਿਰ ਉਹ ਮਿਲਦਾ। ਤੇ ਮਹਾਰਾਜ ਨੇ 3 ਤਰੀਕੇ ਦੱਸੇ ਨੇ ਭਾਈ। ਹੁਣ ਆਪਾਂ ਉਹ ਤਰੀਕਾ ਵਾਲੇ ਆ ਜਾਈਏ, ਜਿਹੜਾ ਕਿਸ ਤਰੀਕੇ ਦੇ ਨਾਲ ਜਿਹੜਾ ਸਾਡੇ ਅੰਦਰ ਨਾਮ ਹੈ ਉਹ ਕਿਸ ਤਰੀਕੇ ਨਾਲ ਮਿਲਦਾ ਹੈ। ਬਾਹਰੋਂ ਨਹੀਂ ਮਿਲਦਾ, ਬਾਹਰੋਂ ਮੰਤਰ ਮਿਲਦਾ ਹੈ। ਵਾਹਿਗੁਰੂ ਗੁਰਮੰਤਰ ਹੈ, ਨਾਮ ਨਹੀਂ ਹੈ। ਅੱਲਾਹੂ ਨਾਮ ਨਹੀਂ ਹੈ, ਮੰਤਰ ਆ। ਰਾਮ ਰਾਮ, ਉਹ ਅੱਜ ਸ਼ਬਦ ਲਾਇਆ ਸੀ ਦਰਬਾਰ ਸਾਹਿਬ ਦੇ ਰਾਗੀਆਂ ਨੇ ਕਿ ਵਾਹੋ ਵਾਹੋ ਕਿਆ ਖੂਬ ਗਾਵਤਾ ਹੈ, ਹਰ ਕਾ ਨਾਮ ਮੇਰੇ ਮਨ ਭਾਵਤਾ ਹੈ। ਇਹ ਮੰਤਰ ਵਾ। ਵਾਹਿਗੁਰੂ ਨਾਮ ਨਹੀਂ ਹੈ, ਮੰਤਰ ਹੈ। ਰਾਮ ਮੰਤਰ ਹੈ, ਅੱਲਾਹੂ ਇਹ ਮੰਤਰ ਆ। ਇਸ ਮੰਤਰ ਦੇ ਨਾਲ ਮਹਾਰਾਜ ਕਹਿੰਦੇ ਨੇ ਕਿ ਅੰਤਰ ਖੂਟਾ ਅੰਮ੍ਰਿਤ ਭਰਿਆ। ਤੇ ਇਹ ਸ਼ਬਦ ਜਿਹੜੀ ਇਹ ਬਾਲਟੀ ਆ, ਇਹਦੇ ਰਾਹੀਂ ਮਿਲਣਾ, ਇਹ ਮੰਤਰ ਰਾਹੀਂ ਉਹ ਮਿਲਣਾ ਹੈ। ਅੰਤਰ ਖੂਟਾ ਅੰਮ੍ਰਿਤ ਭਰਿਆ, ਸ਼ਬਦੇ ਕਾਢ ਪੀਏ ਪਨਹਾਰੀ। ਇੱਕ ਤੇ ਇਹ ਤਰੀਕਾ ਬੰਦਾ ਮਿਹਨਤ ਕਰੇ, ਜਿਹਨੂੰ ਕਹਿੰਦੇ ਮਹਾਰਾਜ ਕਹਿੰਦੇ ਕਿ ਮਸ਼ੱਕਤ ਲਹੋ ਬਜ਼ੂਰੀਆਂ, ਮੰਗ ਮੰਗ ਖਸਮ ਦਰਾਓ। ਜਿੰਨੀ ਕੋਈ ਮਿਹਨਤ ਕਰੂਗਾ ਨਾ ਸਿਮਰਨ ਦੀ, ਉਨਾ ਹੀ ਉਹਨੂੰ ਰੱਬ ਨੇ ਉਹਦੀ ਜਿਹੜਾ ਕਹਿੰਦੇ ਮਜ਼ਦੂਰੀ ਕਰੋ ਤੇ ਮਜ਼ਦੂਰੀ ਲਓ। ਜੇ ਕੋਈ ਮਜ਼ਦੂਰੀ ਨਹੀਂ ਕਰੂਗਾ ਤੇ ਮਾਲਕ ਉਹਨੂੰ ਜੇ ਮਜ਼ਦੂਰੀ ਨਹੀਂ ਕਰੂਗਾ ਤੇ ਉਹਨੂੰ ਪੈਸਾ ਕਿੱਥੋਂ ਦੇਊਗਾ ਮਾਲਕ। ਜੇ ਅਸੀਂ ਅਭਿਆਸ ਨਹੀਂ ਕਰਾਂਗੇ, ਅੰਮ੍ਰਿਤ ਵੇਲੇ ਨਹੀਂ ਉੱਠਾਂਗੇ, ਨਹੀਂ ਵਾਹਿਗੁਰੂ ਵਾਹਿਗੁਰੂ ਰੱਬ ਰੱਬ ਕਰਾਂਗੇ, ਤੇ ਉਹ ਮਿਲਣਾ ਨਹੀਂਗਾ। ਮਹਾਰਾਜ ਕਹਿੰਦੇ ਆ ਵੀ ਮਸ਼ੱਕਤ ਲਹੋ ਮਜ਼ੂਰੀਆਂ, ਮੰਗ ਮੰਗ ਖਸਮ ਦਰਾਹੋ। ਇੱਕ ਤੇ ਆ ਵੀ ਮਿਹਨਤ ਕਰੋ, ਜਿਹਨੂੰ ਕਹਿੰਦੇ ਨੇ ਅਭਿਆਸ ਕਰਨਾ, ਰੱਬ ਦੇ ਨਾਮ ਨੂੰ ਸੁਣਨਾ, ਜਪਣਾ, ਇਹਨੂੰ ਕਹਿੰਦੇ ਅਭਿਆਸ ਕਰਨਾ। ਇੱਕ ਤੇ ਇਹ ਤਰੀਕਾ ਉਸ ਨੂੰ ਪਾਉਣ ਦਾ। ਤੇ ਦੂਸਰਾ ਮਹਾਰਾਜ ਨੇ ਦੱਸਿਆ ਗੁਰ ਸੇਵਾ ਤੇ ਪਾਈਏ, ਗੁਰਮੁਖ ਨਿਸਤਾਰਾ। ਹਰ ਹਰ ਤੇਰਾ ਨਾਮ ਹੈ, ਦੁੱਖ ਮੇਟਣ ਹਾਰਾ। ਗੁਰ ਸੇਵਾ ਤੇ ਪਾਈਏ, ਜਾਂ ਤੇ ਸੇਵਾ ਕਰੋ। ਮਹਾਰਾਜ ਕਹਿੰਦੇ ਹੁਣ ਪੁਰਾਤਨ ਜਿੰਨੇ ਵੀ ਗੁਰਸਿੱਖ ਹੋਏ ਨਾ, ਬਾਬਾ ਬੁੱਢਾ ਜੀ ਵਰਗੇ, ਭਾਈ ਗੁਰਦਾਸ ਜੀ, ਭਾਈ ਸਾਲੋ ਜੀ, ਭਾਈ ਬਹਿਲੋ ਜੀ, ਜਿੰਨੇ ਵੀ, ਭਾਈ ਭਗੀਰਥ ਜੀ, ਭਾਈ ਸਧਾਰਨ ਜੀ, ਜਿੰਨੇ, ਉਹਨਾਂ ਨੇ ਗੁਰੂ ਦੀ ਸੇਵਾ ਕੀਤੀ ਆ ਤੇ ਗੁਰੂ ਨੇ ਉਹਨਾਂ ਨੂੰ ਨਾਮ ਦੀ ਦਾਤ ਬਖਸ਼ ਦਿੱਤੀ ਆ। ਮੰਤਰ ਤੇ ਗੁਰੂ ਸਾਰਿਆਂ ਨੂੰ ਦੇ ਦਿੰਦਾ, ਨਾਮ ਨਹੀਂ ਸਾਰਿਆਂ ਨੂੰ ਮਿਲਦਾ। ਹੁਣ ਵੇਖੋ, ਹੁਣ ਆਪਾਂ ਮੰਤਰ ਤੇ 5 ਪਿਆਰਿਆਂ ਕੋ ਸਾਰੇ ਲੈ ਆਉਨੇ ਆ, ਮੂਲ ਮੰਤਰ ਗੁਰਮੰਤਰ ਵੀ ਲੈ ਆਉਨੇ ਆ, ਪਰ ਹਿਰਦੇ ਦਾ ਨਾਮ ਨਹੀਂ ਸਾਨੂੰ ਕਿਤੇ ਮਿਲਣਾ। ਉਹ ਜਦੋਂ ਅਸੀਂ ਉਸ ਮੂਲ ਮੰਤਰ ਦਾ ਅਭਿਆਸ ਕਰਾਂਗੇ, ਵਾਹਿਗੁਰੂ ਮੰਤਰ ਦਾ ਜਾਪ ਕਰਾਂਗੇ, ਜਿਹਨੂੰ ਮਹਾਰਾਜ ਇੱਕ ਸੁਖਮਨੀ ਸਾਹਿਬ ਬਚਨ ਆਉਂਦਾ ਕਿ ਬਾਰੰਗ ਬਾਰ ਬਾਰ ਪ੍ਰਭ ਜਪੀਏ, ਫੇਰ ਕੀ ਹੋਊਗਾ? ਵਾਹਿਗੁਰੂ ਵਾਹਿਗੁਰੂ ਕਰਾਂਗੇ, ਹੋਏਗਾ ਕੀ? ਬਾਰੰਗ ਬਾਰ ਬਾਰ ਪ੍ਰਭ ਜਪੀਏ, ਪੀ ਅੰਮ੍ਰਿਤ। ਇਹ ਮਨ ਤੰਤਰ ਪੀ, ਇੱਦਾਂ ਅੰਮ੍ਰਿਤ ਪੀਤਾ ਜਾ ਸਕਦਾ ਹੈ। ਜਿਸ ਤਰ੍ਹਾਂ ਉਹ ਗੁਰੂ ਨਾਨਕ ਸਾਹਿਬ ਦਾ ਜਿਹੜਾ ਆਉਂਦਾ ਬਚਨ ਸੂਹੀ ਰਾਗ ਦੇ ਅੰਦਰ ਕਿ ਰਸਨਾ ਨਾਮ ਜਪੋ ਤਬ ਮਥੀਏ, ਇਨ ਬਿਦ ਅੰਮ੍ਰਿਤ ਪਾਵੋ, ਇਨ ਬਿਦ ਅੰਮ੍ਰਿਤ ਪਾਵੋ। ਮਰ ਕਹਿੰਦੇ ਰਸਨਾ ਜਿਹੜੀ ਆ ਨਾ, ਜਿੱਦਾਂ ਇੱਕ ਮਧਾਣੀ ਹੁੰਦੀ ਆ ਨਾ, ਰਸਨਾ ਨਾਮ ਜਪੋ ਤਬ ਮਥੀਏ। ਮਥਣਾ ਕਹਿੰਦੇ ਰਿੜਕਣਾ। ਜਿਸ ਤਰ੍ਹਾਂ ਇੱਕ ਦਹੀਂ ਵਿੱਚ ਮਧਾਣੀ ਪਾ ਦਈਦੀ ਆ, ਉਹ ਰਿੜਕ ਰਿੜਕ ਕੇ ਮੱਖਣ ਇੱਕ ਪਾਸੇ ਕਰ ਦਿੰਦੀ ਆ, ਲੱਸੀ ਇੱਕ ਪਾਸੇ ਕਰ ਦਿੰਦੀ ਆ। ਇਸੇ ਤਰ੍ਹਾਂ ਮਰ ਕਹਿੰਦੇ ਤੇਰੀ ਜ਼ਬਾਨ ਜਿਹੜੀ ਆ ਨਾ, ਇਹ ਮਧਾਣੀ ਆ। ਜਿਹਨੂੰ ਮਹਾਰਾਜ ਨੇ ਜਪਜੀ ਸਾਹਿਬ 'ਚ ਨਹੀਂ ਕਿਹਾ
ਕਿ ਇੱਕ ਦੂਜੀ ਪੋ ਲੱਖ ਹੋਵੇ, ਲੱਖ ਹੋਵੇ ਲੱਖ 20, ਲੱਖ ਲੱਖ ਗੇੜਾ ਆਖੀਏ, ਏਕ ਨਾਮ ਜਗਦੀਸ਼ ਏਤ ਰਾਹ। ਇਹ ਰਾਹ ਵਾ ਕਿਹੜਾ? ਵਾਹਿਗੁਰੂ ਵਾਹਿਗੁਰੂ, ਇਹ ਰਾਹ ਵਾ, ਇਹ ਮੱਥਣਾ ਵਾ, ਇਸ ਤਰ੍ਹਾਂ ਇਹਨੂੰ ਜਪਣਾ ਵਾ। ਜਿਸ ਤਰ੍ਹਾਂ ਮੈਂ ਕਹਿ ਰਿਹਾ ਵੀ ਨਾਮ ਕੋਈ ਕਲਪਨਾ ਨਹੀਂ ਹੈ, ਨਾਮ ਕੋਈ ਅੱਖਰਾਂ 'ਚ ਲਿਖਿਆ ਵਾਲੀ ਚੀਜ਼ ਨਹੀਂ ਹੈ, ਨਾਮ ਇੱਕ ਵਸਤੂ ਆ। ਜਿਸ ਤਰ੍ਹਾਂ ਇੱਕ ਚੀਜ਼ ਮੁਝੇ ਦੇ ਅਵਰ ਜ਼ਹਿਰ ਚੀਜ਼ ਨਾ ਪਾਇਆ, ਉਹ ਚੀਜ਼ ਵਾ। ਜਿਸ ਤਰ੍ਹਾਂ ਉਹ ਕਹਿੰਦੇ ਜੱਤ ਪਹਾਰਾਂ ਧੀਰਜ ਸੁਨਿਆਰ, ਅੱਗੇ ਚੱਲ ਕੇ ਬਚਨ ਆਉਂਦਾ ਕਿ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ। ਮਹਾਰਾਜ ਕਹਿੰਦੇ ਜਦੋਂ ਕੋਈ ਆਪਣੇ ਜ਼ਿੰਦਗੀ ਨੂੰ ਸੰਜਮ ਚ ਲੈ ਆਉਂਦਾ ਹੈ, ਜੱਤ ਪਹਾਰਾਂ ਧੀਰਜ ਸੁਨਿਆਰ, ਐਰਨ ਮਤ ਵੇਦ ਹਥਿਆਰ, ਭਉ ਖੱਲਾ ਅਗਨ ਤਪ ਤਾਉ, ਭਾਂਡਾ ਭਾਉ ਅੰਮ੍ਰਿਤ ਤਿਤ ਢਾਲ। ਉਹਦੇ 'ਚ ਫਿਰ ਅੰਮ੍ਰਿਤ ਢਾਲਿਆ ਜਾਂਦਾ ਅੰਦਰੋਂ, ਅੰਦਰੋਂ ਇੱਕ ਚੀਜ਼ ਮਿਲਦੀ ਆ, ਅੰਦਰੋਂ ਇੱਕ ਵਸਤੂ ਮਿਲਦੀ ਆ, ਉਹ ਕਲਪਨਾ ਨਹੀਂ ਹੈ। ਸਮਰੱਥ ਗੁਰੂ ਸਿਰ ਹੱਥ ਧਰਿਓ, ਉਹ ਗੁਰੂ ਕਿਰਪਾ ਕਰਦਾ ਫੇਰ ਗੱਲ ਬਣਦੀ ਆ। ਤੇ ਮਹਾਰਾਜ ਕਹਿੰਦੇ ਆ ਵੀ ਰਸਨਾ ਨਾਮ ਜਪੋ ਤਬ ਮੱਥੀਏ, ਇਨ ਬਿਦ ਅੰਮ੍ਰਿਤ ਪਾਵੋ। ਜਿਹੜਾ ਕੋਈ ਅੰਮ੍ਰਿਤ ਪਾਉਣਾ ਚਾਹੁੰਦਾ ਹੈ, ਅੰਮ੍ਰਿਤ ਪੀਣਾ ਚਾਹੁੰਦਾ ਹੈ, ਤੇ ਮਹਾਰਾਜ ਕਹਿੰਦੇ ਰਸਨਾ ਨਾ ਨਾਮ ਜਪੋ, ਸਿਮਰ ਸਿਮਰ ਨਾਮ ਬਾਰੰਗਬਾਰ, ਬਾਰ ਪ੍ਰਭ ਜਪੀਏ, ਪੀ ਅੰਮ੍ਰਿਤ। ਇਹ ਮਨ ਤਨ ਤਰਪੀ, ਇੱਕ ਇਹ ਤਰੀਕਾ। ਗੁਰ ਸੇਵਾ ਤੇ ਪਾਈਏ, ਦੂਸਰਾ ਤਰੀਕਾ ਗੁਰੂ ਦੀ ਸੇਵਾ ਕਰੋ, ਗੁਰੂ ਨੂੰ ਸਮਰਪਿਤ ਹੋ ਜਾਓ। ਜਿਸ ਤਰ੍ਹਾਂ ਮੰਨ ਕੇ ਸਤਿਗੁਰੂ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆ ਫਲ ਪਾਵਣਾ। ਅੱਗੇ ਚੱਲ ਕੇ ਬਚਨ ਆਉਂਦਾ ਕਿ ਇਸ ਜਗ ਮੇਂ ਨਾਮ ਅਲੱਭ ਹੈ, ਬਾਕੀ ਸਭ ਕੁਝ ਧਰਤੀ ਤੋਂ ਲੱਭ ਜੂਗਾ, ਇੱਕ ਨਾਮ ਨਹੀਂ ਲੱਭਿਆ ਜਾਣਾ। ਉਹ ਤੁਹਾਨੂੰ ਕਿਸੇ ਲਿਖਿਆ ਹੋਇਆ ਨਾਮ ਨਹੀਂ ਮਿਲਣਾ। ਇਸ ਜਗ ਮੇਂ ਨਾਮ ਅਲੱਭ ਹੈ, ਗੁਰਮੁਖ ਵਸੇ ਮਨ ਆਇਓ। ਜਦੋਂ ਕੋਈ ਸੇਵਾ ਕਰਦਾ ਨਾ ਤੇ ਗੁਰੂ ਪ੍ਰਸੰਨ ਹੋ ਕੇ ਉਹ ਨਾਮ ਜਲ ਉਹਨੂੰ ਦੇ ਦਿੰਦਾ ਹੈ, ਉਹ ਅੰਮ੍ਰਿਤ ਉਹਨੂੰ ਛਕਾ ਦਿੰਦਾ ਹੈ। ਤੇ ਇੱਕ ਹੋਰ ਤਰੀਕਾ, ਤਿੰਨ ਤਰੀਕੇ ਨੇ। ਪਹਿਲਾ ਵਾ ਕਿ ਮਿਹਨਤ ਕਰੋ, ਰਸਨਾ ਨਾਮ ਜਪੋ ਤਬ ਮੱਥੀਏ, ਇਨ ਬਿਦ ਅੰਮ੍ਰਿਤ ਪਾਓ। ਤੇ ਦੂਸਰਾ ਗੁਰੂ ਦੀ ਸੇਵਾ ਕਰੋ, ਤੇ ਗੁਰੂ ਦੀ ਸੇਵਾ ਵਿੱਚ ਇਹ ਖਜ਼ਾਨਾ ਮਿਲ ਜਾਂਦਾ ਨਾਮ ਦਾ। ਤੇ ਤੀਸਰਾ ਇੱਕ ਹੋਰ ਤਰੀਕਾ ਵਾ, ਉਹ ਲੈਣੇ ਉੱਤੇ ਹੋਇਆ ਸੀ ਕਿ ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀ ਦੀਨ ਕੀਨੀ ਕਿਰਪਾ ਹਰ ਨਾਮ ਦਿਓ। ਗੁਰੂ ਜਦੋਂ ਸਿੱਖ ਦੇ ਸਿਰ ਉੱਤੇ ਹੱਥ ਰੱਖ ਦਿੰਦਾ ਹੈ ਨਾ, ਤੇ ਹਉ ਬਲਿਹਾਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਪ੍ਰਗਾਜਾ, ਉਹ ਪ੍ਰਗਟ ਕਰ ਦਿੰਦਾ। ਜਿਹੜਾ ਨਾਮ ਹੈ ਨਾ ਭਾਈ, ਉਹ ਮਨ ਦੇ ਵਿੱਚ ਹੀ ਆ, ਬਾਹਰ ਨਹੀਂ ਹੈ। ਤੇ ਮਹਾਰਾਜ ਨੇ ਬਚਨ ਕੀਤਾ ਵੀ ਜਬ ਲਗ ਦਰਸ਼ਨ ਨਾ ਹੋਏ, ਕਿਉਂ ਅੰਮ੍ਰਿਤ ਪੀਵੀਏ ਰਾਮ ਜੀ। ਜਿੰਨਾ ਜੇ ਤੁਹਾਨੂੰ ਅੰਮ੍ਰਿਤ ਮਿਲ ਗਿਆ ਅੰਦਰੋਂ, ਮਹਾਰਾਜ ਕਹਿੰਦੇ ਫਿਰ ਤੁਹਾਨੂੰ ਪਰਮਾਤਮਾ ਦਾ ਦਰਸ਼ਨ ਹੋਣਾ ਸ਼ੁਰੂ ਹੋ ਗਿਆ। ਜਬ ਲਗ ਦਰਸ਼ਨ ਨਾ ਹੋਵੇ, ਕਿਉਂ ਅੰਮ੍ਰਿਤ ਪੀਵੀਏ ਰਾਮ। ਤੇ ਜਦੋਂ ਮਨ ਪੀਂਦਾ ਨਾ, ਫਿਰ ਇੱਕ ਹੋਰ ਨਿਸ਼ਾਨੀ ਹੈ, ਮਰਨ ਦੇ ਚਾਲ ਤੋਂ ਮਨ ਰਾਖੇ ਅੰਮ੍ਰਿਤ ਚਾਖੇ। ਜਦੋਂ ਇਹ ਰਸ ਨੂੰ ਪੀਣਾ ਸ਼ੁਰੂ ਕਰ ਦਿੰਦਾ ਨਾ ਮਨ, ਹੁਣ ਮਨ ਨੇ ਕਿਤੇ ਟਿਕਣਾ ਵਾ। ਹੁਣ ਵੇਖੋ ਮਨ ਟਿਕਦਾ ਨਹੀਂ ਨਾ, ਕਦੀ ਪਕੌੜੇ ਮੰਗਦਾ, ਕਦੀ ਚਟਣੀ ਮੰਗਦਾ, ਨਾਲ ਚਾਹ ਹੋ ਜੇ, ਦੁੱਧ ਹੋ ਜੇ, ਖੰਡ ਹੋ ਜੇ, ਸਭ ਕੁਝ ਮੰਗਦਾ ਹੈ ਨਾ। ਇਹ ਇਹਨਾਂ ਚੀਜ਼ਾਂ ਨੂੰ ਮੰਗਦਾ ਹੈ ਨਾ। ਤੇ ਮਰ ਕਹਿੰਦੇ ਜਦੋਂ ਚੱਲ ਤੋਂ ਮਨ ਰਾਖੇ ਅੰਮ੍ਰਿਤ ਚਾਖੇ। ਇੱਕ ਜਿਹੜੇ ਕਹਿੰਦੇ ਨੇ ਮਨ ਸਾਡਾ ਦੌੜਦਾ ਬੜਾ, ਭੱਜਦਾ ਬੜਾ, ਮਰ ਕਹਿੰਦੇ ਜਿੱਦਣ ਹੀ ਅੰਦਰੋਂ ਰਸ ਪੀਣ ਲੱਗ ਪਿਆ ਨਾ, ਇਹ ਭੱਜਣੋਂ ਹਟ ਜਾਊਗਾ, ਇਹ ਦੌੜਨੋਂ ਹਟ ਜਾਊਗਾ। ਤੇ ਉਹ ਕਿਸ ਤਰ੍ਹਾਂ ਹੁੰਦਾ ਹੈ? ਮਹਾਰਾਜ ਕਹਿੰਦੇ ਨੇ ਸਤ ਸੰਗਤ ਸਿਉ ਮਿਲਾਪ ਹੋਏ। ਜੇ ਤੂੰ ਪੀਣਾ ਚਾਹੁੰਦਾ ਹੈ, ਕਿਉਂਕਿ ਇਹ ਤੋਂ ਬਿਨਾਂ ਤੈਨੂੰ ਜ਼ਿੰਦਗੀ 'ਚ ਸੁੱਖ ਨਹੀਂ ਆਉਣਾ। ਜਿਨ ਪੀਆ ਤਿਨ ਹੀ ਸੁੱਖ ਲੀਆ। ਤੇ ਮਹਾਰਾਜ ਕਹਿੰਦੇ ਸਤ ਸੰਗਤ ਸਿਉ ਮਿਲਾਪ ਹੋਵੇ, ਲਿਵ ਕਟੋਰੀ ਅੰਮ੍ਰਿਤ ਭਰੀ। ਆ ਜਿਹੜੀ ਤੇਰੀ ਸੁਰਤ ਵਾ ਨਾ, ਇਹ ਕਟੋਰੇ ਦਾ ਕੰਮ ਕਰੇਗੀ। ਇਹ ਜਿੱਥੇ ਹੁਣ ਈਰਖਾ ਭਰੀ ਆ ਨਾ, ਜਿੱਥੇ ਸਾੜਾ ਭਰਿਆ, ਜਿੱਥੇ ਕ੍ਰੋਧ ਭਰਿਆ,
इते सत संगत स्यों मिलाप होए, लिव कटोरी अमृत भरी, पी पी कट्ठे बकार। ये तेरी जिहड़ी लिव आ ना, ये अमृत दे नाल भर जूगी। ते निकट नीर पस पीवस ना झाग। ਮਹਾਰਾਜ ਕਹਿੰਦੇ ਉਹ ਤੇਰੇ ਨੇੜੇ ਹੀ ਆ, ਇਹ ਸਰੀਰ ਵਿੱਚ ਹੀ ਆ, ਸਰੀਰ ਤੋਂ ਬਾਹਰੋਂ ਨਹੀਂ ਤੈਨੂੰ ਮਿਲਣਾ। ਤੂੰ ਗੁਰੂ ਦੇ ਚਰਨਾਂ ਨੂੰ ਸਮਰਪਿਤ ਹੋ ਜਾ ਤੇ ਗੁਰੂ ਦੇ ਦਿੱਤੇ ਮੰਤਰ ਨੂੰ ਜਾਪ ਕਰ ਤੇ ਉਹ ਤੈਨੂੰ ਮਿਲ ਜੂਗਾ। ਕੋਈ ਵੱਡੀ ਗੱਲ ਨਹੀਂ ਆ। ਤੇ ਜਿੱਦਣ ਮਿਲ ਗਿਆ ਤੇ ਮਾਰੇ ਅੰਮ੍ਰਿਤ ਪੀਵੇ ਸੋ ਅਮਰ ਹੋਏ, ਅੰਮ੍ਰਿਤ ਹੋ ਜਾਏਗਾ। ਇਹ ਸੀ ਸਾਡਾ ਅੱਜ ਦਾ ਵਿਸ਼ਾ। ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ, ਕਿਉਂਕਿ ਮਨ ਬੜਾ ਵਿਚਲਤ ਹੋ ਚੁੱਕਾ ਹੈ, ਮਨ ਸਾਡਾ ਬਹੁਤ ਭਟਕ ਚੁੱਕਾ ਹੈ ਭਾਈ। ਤੇ ਸਾਨੂੰ ਕੁਛ ਧਾਰਮਿਕ ਲੋਕਾਂ ਨੇ ਵੀ ਸਹੀ ਗਾਈਡ ਨਹੀਂ ਕੀਤਾ ਤੇ ਗੁਰਬਾਣੀ ਦਾ ਸਾਨੂੰ ਬਹੁਤਾ ਗਿਆਨ ਨਹੀਂ ਹੁੰਦਾ। ਅਸੀਂ ਆਪ ਗੁਰਬਾਣੀ ਦੀ ਵਿਚਾਰ ਨਹੀਂ ਕਰਦੇ, ਮਿਹਨਤ ਨਹੀਂ ਕਰਦੇ ਤੇ ਅਸੀਂ ਭਟਕ ਜਾਂਦੇ ਹਾਂ। ਪਰ ਜਿਹੜਾ ਗੁਰੂ ਚਰਨਾਂ ਨਾਲ ਜੁੜ ਗਿਆ, ਉਸ ਰਸ ਨੂੰ ਪੀਣ ਲੱਗ ਪਿਆ, ਬਾਹਰ ਕਹਿੰਦੇ ਆ ਕਿ ਉਹਦੀ ਭਟਕਣਾ ਖਤਮ ਹੋ ਜਾਊਗੀ। ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ। ਇੱਕ ਸੰਘਰਸ਼ ਬੜਾ ਚੱਲ ਰਿਹਾ ਭਾਈ। ਮੇਰੀ ਤਾਂ ਕੋਈ ਇੱਛਾ ਨਹੀਂ। ਕਿਸੇ ਨੇ ਕਿਹਾ ਬਾਬਾ ਜੀ ਉੱਤੇ ਥੋੜ੍ਹਾ ਬਹੁਤਾ ਬੋਲਿਆ ਕਰੋ। ਮੈਂ ਕਿਹਾ ਸਾਰੀ ਦੁਨੀਆ ਬੋਲਣ ਦਈ ਆ ਤਾਂ ਮੈਨੂੰ ਨਾ ਹੀ ਬੁਲਾਓ। ਚਲੋ ਮੈਂ ਅੱਗੇ ਇੱਕ ਦਿਨ ਘੰਟਾ ਲਾਇਆ ਸੀ, ਹੁਣ ਵੀ 5-7 ਮਿੰਟ ਲਾ ਲੈਂਦੇ ਆਪਾਂ। ਇਹ ਭਾਈ ਜਿਹੜੇ ਰਾਜੇ ਲੋਕ ਹੁੰਦੇ ਆ ਨਾ, ਮਾਰ ਨੇ ਕਿਹਾ ਵੀ ਰਾਜੇ ਸ਼ੀ ਮੁਕੱਦਮ ਕੁੱਤੇ, ਉਲਟੀ ਵਾੜ ਖੇਤ ਕੋ ਖਾਏ। ਇਹ ਰਾਜੇ ਹਮੇਸ਼ਾ ਧਰਤੀ ਉੱਤੇ ਜ਼ੁਲਮ ਕਰਦੇ ਰਹੇ ਨੇ ਤੇ ਕਰਦੇ ਰਹਿਣਾ ਇਹਨਾਂ ਨੇ। ਇਹਨਾਂ ਦੇ ਜ਼ੁਲਮਾਂ ਨੂੰ ਠੱਲ ਨਹੀਂ ਕੋਈ ਪਾ ਸਕਦਾ ਭਾਈ। ਇਹ ਆਪਣੀਆਂ ਮਨਮਰਜ਼ੀਆਂ ਕਰਦੇ ਆਏ ਨੇ ਤੇ ਇਹਨਾਂ ਕਰਦਿਆਂ ਰਹਿਣਾ। ਪਰ ਸਮਾਂ ਉਹਨਾਂ ਨੂੰ, ਇਤਿਹਾਸ ਉਹਨਾਂ ਰਾਜਿਆਂ ਨੂੰ ਫਟਕਾਰਾਂ ਪਾਉਂਦਾ ਜਿਹੜੇ ਫਿਰ ਇਸ ਤਰ੍ਹਾਂ ਦੇ ਜ਼ੁਲਮ ਕਰਦੇ ਨੇ। ਲੋਕ ਰਾਜ ਦੇ ਅੰਦਰ ਤੁਸੀਂ ਆਪਣਾ ਤਾਨਾਸ਼ਾਹੀ ਕਾਇਮ ਕਰਤੀ ਮੋਦੀ ਨੇ। ਹੁਣ ਕਹਿੰਦੇ ਨਾ ਵੀ ਲੋਕ ਰਾਜ ਹੈ, ਤੇ ਲੋਕ ਰਾਜ ਦੇ ਅੰਦਰ ਇਹ ਮੋਦੀ ਤਾਨਾਸ਼ਾਹੀ ਕਾਇਮ ਕਰਨਾ ਚਾਹੁੰਦਾ ਹੈ। ਇਹਦੀ ਨਹੀਂ ਚੱਲੇਗੀ। ਇਹ ਬਾਬੇ ਰਾਮਦੇਵ ਵਰਗਿਆਂ ਦੇ ਸਿਰ ਤੇ ਭੁਟਕਦਾ ਫਿਰਦਾ ਹੈ। ਤੇ ਕੋਈ ਨਹੀਂ, ਦੁਨੀਆ ਨੂੰ ਸਭ ਪਤਾ ਲੱਗ ਗਿਆ। ਪਹਿਲੋਂ ਨੂੰ ਬਾਬਾ ਲੋਕੀ ਮੰਨਦੇ ਤੇ ਮੈਂ ਉਦੋਂ ਵੀ ਕਹਿੰਦਾ, ਮੈਂ ਕਿਹਾ ਲੋਕੋ ਇਹਨਾਂ ਲੋਕਾਂ ਤੋਂ ਬਚ ਕੇ ਰਹੋ, ਬੜੇ ਖਤਰਨਾਕ ਫਨੀਅਰ ਨੇ। ਇਹਨਾਂ ਨੇ ਉਹ ਡੰਗ ਮਾਰਨਾ, ਤੁਹਾਨੂੰ ਪਤਾ ਨਹੀਂ ਲੱਗਣਾ ਕਦੋਂ ਡੰਗ ਮਾਰ ਕੇ ਦੌੜ ਗਏ ਨੇ। ਤੇ ਉਦੋਂ ਮੈਨੂੰ ਲੋਕੀ ਕਹਿੰਦੇ ਬਾਬਾ ਤੂੰ ਕੋਈ ਕਿਸੇ ਨੂੰ ਬਖਸ਼ਿਆ ਵੀ ਕਰ, ਤੂੰ ਸਾਰਿਆਂ ਨੂੰ ਇੱਕੇ ਰਸੇ ਬੰਨੀ ਜਾਣਾ। ਮੈਂ ਕਿਹਾ ਮੈਂ ਇਹਨਾਂ ਦੇ ਕੱਪੜਿਆਂ ਨੂੰ ਨਹੀਂ ਜਾਣਦਾ, ਮੈਂ ਇਹਨਾਂ ਦੀਆਂ ਅੰਦਰ ਦੇ ਸੁਰਤ ਨੂੰ ਜਾਣਦਾ ਵੀ ਕੀ ਲੋਕ, ਕੌਣ ਲੋਕ ਨੇ। ਇਹ ਕੱਪੜੇ ਇਹਨਾਂ ਦੇ ਵੇਖੋ ਵੀ ਚਿੱਟੇ ਆ ਤੇ ਭਗਵੇਂ ਆ, ਇਹਨਾਂ ਦੀਆਂ ਕਰਤੂਤਾਂ ਵੇਖੋ ਇਹ ਕੀ ਕਰਦੇ ਨੇ। ਸੰਨਿਆਸੀ ਬੰਦਾ ਹੋ ਕੇ ਤੇ ਅਰਬਾਂਪਤੀ ਹੋ ਗਏ। ਬਾਹਰੋਂ ਮੈਂ ਸੰਨਿਆਸੀ ਹਾਂ ਤੇ ਅਰਬਾਂਪਤੀ। ਲੋ ਸੰਨਿਆਸੀ ਕੀ ਤੇ ਅਰਬਾਂਪਤੀ ਕੀ। ਅਸੀਂ ਹੈ ਸੰਨਿਆਸੀ ਬਾਬੇ ਨੇ ਤੇ ਸੰਨਿਆਸੀ ਕੋ ਤਾਂ ਕੇਵਲ ਇੱਕ ਠੂਠਾ ਹੀ ਹੁੰਦਾ ਤੇ ਤੇਰੇ ਕੋ ਤੇ ਅਰਬਾਂਪਤੀ ਆ ਤੂੰ ਤਾਂ। ਮੈਂ ਕਹਿ ਰਿਹਾ ਸੀ ਜਿਹੜੇ ਰਾਜੇ ਜ਼ੁਲਮ ਕਰਦੇ ਨੇ, ਸਮਾਂ ਉਹਨਾਂ ਨੂੰ ਫਟਕਾਰਾਂ ਪਾਉਂਦਾ। ਫਿਰ ਇਹ ਕਵਿਤਾ ਲਿਖੀ ਸੀ ਕਿਸੇ ਨੇ ਕਿ ਉਹ ਕਹਿੰਦੇ ਉਹ ਰੰਗਿਆ ਔਰੰਗਜ਼ੇਬ ਨੂੰ, ਜਿੱਦਾਂ ਮੋਦੀ ਨੂੰ ਫਟਕਾਰਾਂ ਪੈ ਰਹੀਆਂ ਨਾ, ਤੇ ਕਿਸੇ ਨੇ 2 ਗੱਲਾਂ ਲਿਖੀਆਂ ਸੀ। ਉਹ ਰੰਗਿਆ ਅੱਜ ਤੇਰੀ ਕਬਰ ਨੂੰ ਮਿੱਟੀ ਘੱਟਾ ਕੱਜਦਾ। ਉਹਦੀ ਕਬਰ ਉੱਤੇ ਮਿੱਟੀ ਘੱਟਾ ਪਿਆ ਹੋਇਆ ਹੈ। ਉਹਦੀ ਕਬਰ ਕੱਚੀ ਆ। ਔਰੰਗਜ਼ੇਬ ਦੀ ਜਿਹੜੀ ਕਬਰ ਵਾ ਨਾ ਔਰੰਗਾਬਾਦ ਦੇ ਅੰਦਰ, ਉਹ ਅੱਜ ਵੀ ਜਾ ਕੇ ਵੇਖੋ, ਉਹ ਕੱਚੀ ਆ। ਉਹਨੇ ਹਦਾਇਤ ਕੀਤੀ ਸੀ ਮੇਰੀ ਕਬਰ ਉੱਤੇ ਕੋਈ ਇੱਟ ਨਾ ਲਾਇਓ ਜੀ। ਉਸੇ ਤਰ੍ਹਾਂ ਮਿੱਟੀ ਘੱਟਾ ਪਿਆ ਹੋਇਆ ਹੈ। ਉਹ ਰੰਗਿਆ ਅੱਜ ਤੇਰੀ ਕਬਰ ਨੂੰ ਮਿੱਟੀ ਘੱਟਾ ਕੱਜਦਾ, ਤੇ ਧੰਨ ਗੁਰੂ ਤੇਗ ਬਹਾਦਰ ਦਾ ਦਰਬਾਰ ਅੱਜ ਸੋਨੇ ਨਾਲ ਸੱਜਦਾ। ਵੇਖ ਲੈ ਊੜ ਨਖੁੱਟੇ ਨਾਨਕਾ ਊੜਕ ਸੱਚ ਰਹੀ। ਦੁਨੀਆ ਫਟਕਾਰਾਂ ਪਾਉਂਦੀ ਹੈ ਝੂਠ ਨੂੰ। ਉਹ ਡੰਡੇ ਦੇ ਨਾਲ ਆਪਣੇ ਰਾਜ ਤਾਂ ਕਾਇਮ ਕਰ ਲੈਂਦੇ ਨੇ, ਪਰ ਸਮਾਂ ਉਹਨਾਂ ਨੂੰ ਫਟਕਾਰਾਂ ਪਾਉਂਦਾ।
ਉਹ ਰੰਗਿਆ ਅੱਜ ਤੇਰੀ ਕਬਰ ਨੂੰ ਮਿੱਟੀ ਘੱਟਾ ਕੱਜਦਾ ਹੈ, ਪਰ ਧੰਨ ਗੁਰੂ ਤੇਗ ਬਹਾਦਰ ਦਾ ਦਰਬਾਰ ਅੱਜ ਸੋਨੇ ਨਾਲ ਸੱਜਦਾ ਹੈ। ਤੇਰੀ ਕਬਰ ਉੱਤੇ ਤੇ ਮਿੱਟੀ ਘੱਟਾ ਪਿਆ ਹੋਇਆ ਹੈ। ਉਹ ਰੰਗਿਆ ਅੱਜ ਤੇਰੀ ਕਬਰ ਉੱਤੇ ਉਸ ਨੂੰ ਫਟਕਾਰ ਹੈ ਜਿਨ੍ਹਾਂ ਨੇ ਦਰਵੇਸ਼ਾਂ ਨੂੰ ਵੱਢਿਆ, ਦਰਵੇਸ਼ਾਂ ਨੂੰ ਕਤਲ ਕੀਤਾ, ਜ਼ੁਲਮ ਕੀਤਾ। ਉਹ ਰੰਗਿਆ ਅੱਜ ਤੇਰੀ ਕਬਰ ਉੱਤੇ ਕਿਸੇ ਕੀੜੀ ਨੂੰ ਆਟਾ ਨਹੀਂ ਉਹ ਲੱਭਦਾ। ਇੰਨਾ ਮਾਸਾ ਜਿੰਨਾ ਆਟਾ ਵੀ ਨਹੀਂ ਕਿ ਕੀੜੀ ਉੱਥੋਂ ਕੋਈ ਚੁੰਝ ਭਰ ਸਕੇ। ਉਹ ਰੰਗਿਆ ਅੱਜ ਤੇਰੀ ਕਬਰ ਉੱਤੇ ਕਿਸੇ ਕੀੜੀ ਨੂੰ ਆਟਾ ਨਹੀਂ ਉਹ ਲੱਭਦਾ, ਪਰ ਧੰਨ ਗੁਰੂ ਤੇਗ ਬਹਾਦਰ ਦੇ ਦਰ ਤੇ ਵੇਖ ਲਾ 24 ਘੰਟੇ ਲੰਗਰ ਸੱਜਦਾ। ਇਹ ਲੰਗਰ ਨੂੰ ਲੋਕੀ ਸਜਾਉਣਾ ਕਹਿੰਦੇ ਨੇ, ਤੇ ਅੱਜ ਤਾਂ ਦੁਨੀਆ ਉੱਤੇ ਸੱਜ ਗਿਆ ਹੈ। ਅੱਜ ਤਾਂ ਦਿੱਲੀ ਤੋਂ ਬਾਹਰ ਵੀ ਇਹ ਜਿਹੜੇ ਜਿਨ੍ਹਾਂ ਨੇ ਮੁੱਦਾ ਠਾ ਲਿਆ ਨਾ ਕਿ ਕੇਸਰੀ ਝੰਡਾ ਲਾਲ ਕਿਲ੍ਹੇ ਤੇ ਗੱਡਿਆ ਗਿਆ, ਇਹਨਾਂ ਨੂੰ ਕੇਸਰੀ ਝੰਡੇ ਦੀ ਅੱਗ ਨਹੀਂ ਆ, ਇਹਨਾਂ ਨੂੰ ਅੱਗ ਲੱਗੀ ਹੋਈ ਆ ਵੀ ਗੁਰੂ ਕੇ ਲੰਗਰ ਕਿਵੇਂ ਚੱਲ ਗਏ ਨੇ। ਇਹ ਗੁਰੂ ਕੇ ਸਰੂਪ ਖਾਲਸਾ ਕਿੱਥੋਂ ਆ ਗਿਆ। ਇਹਨਾਂ ਨੂੰ ਸਾਡੇ ਸਰੂਪਾਂ ਤੋਂ ਨਫ਼ਰਤ ਹੈ, ਇਹਨਾਂ ਨੂੰ ਸਾਡੇ ਸਰੋਵਰਾਂ ਤੋਂ ਨਫ਼ਰਤ ਵਾ, ਇਹਨਾਂ ਨੂੰ ਦਰਬਾਰ ਸਾਹਿਬ ਤੋਂ ਨਫ਼ਰਤ ਵਾ, ਇਹਨਾਂ ਨੂੰ ਸਾਡੇ ਚੱਲ ਰਹੇ ਗੁਰੂ ਕੇ ਲੰਗਰ, ਗੁਰੂ ਕੀ ਵਡਿਆਈ, ਸਿੱਖਾਂ ਦੀ ਵਡਿਆਈ ਇਹਨਾਂ ਨੂੰ ਭਾਉਂਦੀ ਨਹੀਂ ਹੈ। ਤੇ ਇਹ ਤਾਂ ਸਾਨੂੰ ਬਦਨਾਮ ਕਰਨਾ ਚਾਹੁੰਦੇ ਸੀ। ਇਹਨਾਂ ਨੂੰ ਕੇਸਰੀ ਝੰਡਾ ਬਦਨਾਮ ਕਰਨ ਵਾਸਤੇ ਜਿਹੜਾ ਲਾਲ ਕਿਲ੍ਹੇ ਤੇ ਲਾ ਦਿੱਤਾ ਗਿਆ, ਉਹ ਮਿਲ ਗਿਆ ਮੌਕਾ। ਇਹ ਤਾਂ ਸੜ ਕੇ ਕੋਲਾ ਹੋ ਗਏ ਸੀ ਵੀ ਅਸੀਂ ਤੇ ਇਹਨਾਂ ਨੂੰ ਮਾਰਨਾ ਚਾਹੁੰਦੇ ਹਾਂ, ਤੇ ਇਹਨਾਂ ਦੀ ਤੇ ਵਡਿਆਈ ਹੋ ਗਈ। ਸਾਰੀ ਦੁਨੀਆ ਕਹਿਣ ਲੱਗ ਪਈ ਕਿ ਗੁਰੂ ਕੇ ਸਿੱਖਾਂ ਨੇ ਉੱਥੇ ਜਾ ਕੇ ਲੰਗਰ ਲਾ ਦਿੱਤੇ ਤੇ ਅਸੀਂ ਤੇ ਇਹਨਾਂ ਨੂੰ ਮਾਰਨਾ ਚਾਹੁੰਦੇ ਸਾਂ। ਗੱਲ ਆ ਸੀ। ਉਹ ਰੰਗਿਆ ਅੱਜ ਤੇਰੀ ਕਬਰ ਉੱਤੇ ਕਿਸੇ ਕੀੜੀ ਨੂੰ ਆਟਾ ਨਹੀਂ ਉਹ ਲੱਭਦਾ, ਤੇ ਧੰਨ ਗੁਰੂ ਤੇਗ ਬਹਾਦਰ ਦੇ ਤੇ ਲੰਗਰ ਦਰ ਤੇ ਲੰਗਰ ਸਦਾ ਹੀ ਸੱਜਦਾ। ਉਹ ਰੰਗਿਆ ਅੱਜ ਤੇਰੀ ਕਬਰ ਉੱਤੇ ਇੱਕ ਬੰਦਾ ਨਹੀਂ ਉਹ ਲੱਭਦਾ। ਉੱਥੇ ਇੱਕੋ ਮਜ਼ਾਰ ਬੈਠਾ, ਕੋਈ ਬਹੁਤੀ ਦੁਨੀਆ ਨਹੀਂ ਆ ਉੱਥੇ, ਕਿਉਂਕਿ ਰਾਜਿਆਂ ਨੂੰ ਕੋਈ ਲੋਕੀ ਸਜਦੇ ਨਹੀਂ ਕਰਦੇ, ਰਾਜੇ ਪੂਜੇ ਨਹੀਂ ਜਾਂਦੇ। ਪੂਜਾ ਤੇ ਮਹਾਂਪੁਰਖਾਂ ਦੀ ਹੁੰਦੀ ਆ, ਪੂਜਾ ਤਾਂ ਸ਼ਹੀਦਾਂ ਮਰੀਦਾਂ ਦੀ ਹੁੰਦੀ ਆ, ਗੁਰੂਆਂ ਦੀ ਹੁੰਦੀ ਆ, ਰਾਜਿਆਂ ਦੀ ਥੋੜ੍ਹਾ ਕੋਈ ਪੂਜਾ ਕਰਦਾ ਹੁੰਦਾ ਹੈ। ਉਹ ਰੰਗਿਆ ਅੱਜ ਤੇਰੀ ਕਬਰ ਉੱਤੇ ਕੋਈ ਬੰਦਾ ਨਹੀਂ ਉਹ ਲੱਭਦਾ, ਤੇ ਵੇਖ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਕਿੱਡਾ ਵੱਡਾ ਮੇਲਾ ਲੱਗਦਾ। ਤੂੰ ਜਿਨ੍ਹਾਂ ਨੂੰ ਨੀਹਾਂ 'ਚ ਚਣ ਕੇ ਖਤਮ ਕਰਨਾ ਚਾਹੁੰਦਾ ਸਾਂ, ਅੱਜ ਉਹਨਾਂ ਦੀ ਵੇਖ ਕਿੱਦਾਂ ਜੈ ਜੈਕਾਰ ਹੈ, ਤੇ ਤੈਨੂੰ ਅੱਜ ਫਟਕਾਰਾਂ ਨੇ। ਉਹ ਰੰਗਿਆ ਅੱਜ ਤੇਰੀ ਕੋਈ ਇੱਕ ਤੇਰੀ ਬੰਦਾ ਨਹੀਂ ਉਹ ਤੇਰੀ ਕੁੱਲ ਦਾ। ਉਹ ਰੰਗਿਆ ਅੱਜ ਦਿੱਲੀ ਵਿੱਚ ਕੋਈ ਬੰਦਾ ਨਹੀਂ ਉਹ ਤੇਰੀ ਕੁੱਲ ਦਾ, ਪਰ ਧੰਨ ਗੁਰੂ ਤੇਗ ਬਹਾਦਰ ਦਾ ਕੇਸਰੀ ਨਿਸ਼ਾਨ ਸਾਹਿਬ ਇਹ ਕਿੱਡਾ ਵੱਡਾ ਝੁੱਲਦਾ। ਇਹਨਾਂ ਨੂੰ ਇਹ ਕੇਸਰੀ ਝੰਡਾ ਝੁੱਲਦਾ, ਇਹਨਾਂ ਨੂੰ ਸਾੜਾ ਪਾਉਂਦਾ ਹੈ। ਉਹ ਜਦੋਂ ਉਹਦਾ ਕੇਸਰੀ ਨਿਸ਼ਾਨ ਦਾ ਫਰਲਾ ਹਿੱਲਦਾ, ਇਹਨਾਂ ਨੂੰ ਅੱਗ ਲੱਗਦੀ ਹੈ। ਇਹ ਜਿਹੜੇ ਵਿਰੋਧਤਾ ਕਰਦੇ ਨੇ ਲਾਲ ਕਿਲ੍ਹੇ ਦੇ ਕੇਸਰੀ ਝੰਡੇ ਦੀ, ਇਹਨਾਂ ਨੂੰ ਅੱਗ ਲੱਗਦੀ ਹੈ ਕੇਸਰੀ ਝੰਡੇ ਤੋਂ ਵੀ। ਇਸ ਕਰਕੇ ਉਹ ਰੰਗਿਆ ਅੱਜ ਦਿੱਲੀ ਵਿੱਚ ਤੇਰਾ ਕੋਈ ਹੈ ਨਹੀਂ ਤੇਰੀ ਕੁੱਲ ਦਾ, ਪਰ ਧੰਨ ਗੁਰੂ ਤੇਗ ਬਹਾਦਰ ਦਾ ਵੇ ਨਿਸ਼ਾਨ ਸਾਹਿਬ ਕਿੱਡਾ ਵੱਡਾ ਝੁੱਲਦਾ। ਇਸ ਕਰਕੇ ਇਹ ਰਾਜਿਆਂ ਨੂੰ ਹਮੇਸ਼ਾ ਫਟਕਾਰਾਂ ਰਹੀਆਂ, ਤੇ ਫਟਕਾਰਾਂ ਹੀ ਪਾਉਂਦੀ ਰਹਿਣਾ ਦੁਨੀਆ ਨੇ। ਪਰ ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ। ਆਓ ਇੰਨਾ ਕਹਿ ਕੇ ਹੁਣ ਵਿਚਾਰਾਂ ਦੀ ਸਮਾਪਤੀ ਕਰੀਏ। ਫੇਰ ਕਰੀ ਸਮੇਂ ਦੀ ਹਕੂਮਤ ਨੂੰ ਫਟਕਾਰ ਪਾਈਏ। ਅੱਜ ਮੋਦੀ ਨੂੰ ਫਟਕਾਰ ਹੈ, ਪਰ ਉਹ ਕਵਿਤਾ ਸੀ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਦੇ ਉੱਤੇ ਲਿਖੀ ਹੋਈ ਸੀ ਕਿ ਉਹ ਰੰਗਿਆ ਅੱਜ ਤੇਰੀ ਕਬਰ ਨੂੰ ਮਿੱਟੀ ਘੱਟਾ ਕੱਜਦਾ, ਪਰ ਧੰਨ ਗੁਰੂ ਤੇਗ ਬਹਾਦਰ ਦਾ ਦਰਬਾਰ ਵੇਖ ਲਾ ਕਿੱਦਾਂ ਸੋਨੇ ਨਾਲ ਸੱਜਦਾ। ਉਹ ਰੰਗਿਆ ਅੱਜ ਤੇਰੀ ਕਬਰ ਉੱਤੇ ਕਿਸੇ ਕੀੜੀ ਨੂੰ ਆਟਾ ਨਹੀਂ ਉਹ ਲੱਭਦਾ, ਪਰ ਧੰਨ ਗੁਰੂ ਤੇਗ ਬਹਾਦਰ ਦੇ ਦਰ ਉੱਤੇ ਹਮੇਸ਼ਾ ਲੰਗਰ ਸੱਜਦਾ। ਉਹ ਰੰਗਿਆ ਅੱਜ ਤੇਰੀ ਕਬਰ ਉੱਤੇ ਕੋਈ ਬੰਦਾ ਨਹੀਂ ਉਹ ਲੱਭਦਾ, ਪਰ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਕਿੱਡਾ ਵੱਡਾ ਮੇਲਾ ਲੱਗਦਾ। ਉਹ ਰੰਗਿਆ ਅੱਜ ਦਿੱਲੀ ਵਿੱਚ ਤੇਰੀ ਹੈ ਨਹੀਂ ਤੇਰੀ ਕੋਈ ਕੁੱਲ ਦਾ, ਤੇ ਕੋਈ ਬੰਦਾ ਹੈ ਨਹੀਂ ਤੇਰੀ ਕੁੱਲ ਦਾ, ਪਰ ਧੰਨ ਗੁਰੂ ਤੇਗ ਬਹਾਦਰ ਦਾ ਨਿਸ਼ਾਨ ਕਿੱਡਾ ਵੱਡਾ ਝੁੱਲਦਾ ਹੈ। ਤੂੰ ਮਹਾਰਾਜ ਕਿਰਪਾ ਕਰਨ
ਇਹ ਸੱਚੇ ਪਾਤਸ਼ਾਹ ਇਸ ਮੋਦੀ ਨੂੰ ਵੀ ਕੋਈ ਅਕਲ ਆਵੇ। ਅਕਲ ਇਹਦੀ ਟਿਕਾਣੀ ਐਡੀ ਛੇਤੀ ਨਹੀਂ ਆਉਣੀ, ਸਮਾਂ ਆਊਗਾ, ਅਕਲ ਇਹਨੂੰ ਦੇਵਾਂਗੇ ਸਾਰੇ ਰਲ ਮਿਲ ਕੇ। ਦੁਨੀਆ ਇਹਦੇ ਹੋ ਗਈ ਵੱਲ, ਉਲਟ ਹੋ ਗਈ ਆ। ਅਤੇ ਜਿੰਨਾ ਬਾਬਿਆਂ ਦੇ ਆਸਰੇ ਭੂਤਰਿਆ ਫਿਰਦਾ ਹੈ, ਉਹ 1.5 ਕੱਖ ਵਾਲਾ ਜਿਹੜਾ, ਉਹ ਬੜਾ ਆਪਣੇ ਆਪ ਨੂੰ ਕਹਿੰਦਾ ਹੈ ਮੈਂ ਬੜਾ ਬਹਾਦਰ, ਆਪਣੇ ਆਪ ਨੂੰ ਸਦਾਉਂਦਾ ਸੀ ਬੜਾ ਬਹਾਦਰ। ਅਤੇ ਇੱਕੋ ਡੰਡਾ ਵੱਜਾ ਹੈ ਦਿੱਲੀ 'ਚ, ਲਾਹਤੀ ਇਹਨੇ ਆਪਣੀ ਚਾਦਰ, ਬੰਨ ਲਈ ਸਾੜੀ ਅਤੇ ਲਾਹਤੀ ਇਹਨੇ ਚਾਦਰ। ਬਹਾਦਰ ਤੇ ਬਹੁਤ ਵੱਡਾ ਹੈ। ਮੁੜ ਕੇ ਜਾ ਕੇ ਉਹ ਗੰਗਾ 'ਚ ਨਹਾਉਣ ਲੱਗ ਪਿਆ, ਰਾਤੋਂ ਰਾਤ ਹੀ ਭੱਜ ਗਿਆ ਉੱਥੋਂ ਬਹਾਦਰ ਕਹਾਉਣ ਵਾਲਾ ਹੈ। ਇਹਨੇ ਇਹ ਸਟੇਜਾਂ 'ਤੇ ਬੜਾ ਨੱਠਦਾ ਫਿਰਦਾ, ਸਟੇਜਾਂ 'ਤੇ ਬੜਾ ਨੱਠੇ, ਵਿਹਲੜ ਕੀਤੇ ਸੀ ਇਹਨੇ ਇਕੱਠੇ, ਆਪਣੇ ਆਪ ਨੂੰ ਬੜਾ ਬਹਾਉਂਦਾ ਸਦਾਉਂਦਾ ਸੀ ਬਹਾਦਰ। ਇੱਕੋ ਡੰਡਾ ਵੱਜਾ ਅਤੇ ਲਾਹਤੀ ਨੇ ਆਪਣੀ ਚਾਦਰ। ਇਹੋ ਜਿਹੀਆਂ ਬਾਬਿਆਂ ਦਾ ਵੀ ਖਿਆਲ ਕਰਨਾ ਪੈਣਾ, ਇਕੱਲਾ ਮੋਦੀ ਨਹੀਂ, ਇਹਦੇ ਪਿੱਛੇ ਬੜਾ ਕੁਛ ਵਾ। ਮਾਰ ਕਿਰਪਾ ਕਰ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ, ਉਹਨਾਂ ਦਾ ਹੀ ਨਾਂ ਰਹਿਣਾ। ਇਹ ਕਿਲੇ ਕੁਲਿਆਂ ਵਾਲਿਆਂ ਦਾ, ਜਿਹੜੇ ਤਰੰਗੇ ਤੁਰੰਗਿਆਂ ਵਾਲਿਆਂ ਦਾ ਨਹੀਂ, ਨਾਂ ਧੰਨ ਗੁਰੂ ਤੇਗ ਬਹਾਦਰ ਦਾ ਹੀ ਸਹੀ ਚੱਲਣਾ ਭਾਈ। ਇੱਥੇ ਵਿਚਾਰਾਂ ਦੀ ਸਮਾਪਤੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।